ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਸ਼ਬਦ ਦੇ 4 ਪਦੇ ਉਹਨਾਂ ਦੇ ਵਿਚਾਰ ਆਪਾਂ ਕੱਲ ਸਰਵਣ ਕਰ ਚੁੱਕੇ ਹਾਂ। ਰਹਿੰਦੇ 4 ਪਦੀਆਂ ਦੇ ਵਿਚਾਰ ਅੱਜ ਆਪਾਂ ਆਰੰਭ ਕਰਨੀ ਹੈ। ਇਹਨਾਂ 8 ਪਦੀਆਂ ਦੇ ਵਿੱਚ ਜਿਹੜਾ ਰਾਹੂ ਵਾਲਾ ਬੰਦ ਹੈ, ਜਿਹਨੂੰ ਆਪਾਂ ਸੈਂਟਰਲ ਆਈਡੀਆ ਕਹਿੰਦੇ ਆ, ਉਹ ਇੱਕੋ ਹੀ ਹੈ। ਰਾਹੂ ਵਾਲਾ ਜਿਹੜਾ ਬੰਦ ਹੈ, ਅਵਗਣ ਗੁਣੀ ਬਖਸਾਇਆ, ਹਰ ਸਿਉ ਲਿਵ ਲਾਈ, ਹਰ ਵਰ ਪਾਇਆ ਕਾਮਣੀ, ਗੁਰ ਮੇਲ ਮਿਲਾਈ। ਉਸ ਹਰੀ ਵਰ ਨੂੰ ਪ੍ਰਾਪਤ ਕਰਨ ਦੇ ਵਾਸਤੇ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਉਪਰਾਲੇ ਕੀਤੇ ਨੇ, ਪਰ ਉਸ ਹਰੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਵਾਸਤੇ ਕੀ ਕਦੇ ਬੰਦਾ ਆਪਣੀ ਜ਼ਿੰਦਗੀ ਦੇ ਅਵਗੁਣ ਗੁਰੂ ਚਰਨਾਂ ਦੇ ਵਿੱਚ ਲੈ ਕੇ ਆਇਆ? ਸਭ ਤੋਂ ਪਹਿਲਾ ਕੰਮ ਹੋਵੇ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ। ਜੇ ਰੱਬ ਨੂੰ ਪ੍ਰਾਪਤ ਕਰਨਾ ਹੈ, ਜੇ ਉਸ ਰੱਬ ਦੀ ਪ੍ਰਾਪਤੀ ਕਰਨੀ ਹੈ, ਜੇ ਹਰ ਵਰ ਨੂੰ ਪ੍ਰਾਪਤ ਕਰਨਾ ਹੈ, ਜਦੋਂ ਨਾ ਅਸੀਂ ਆਨੰਦ ਕਾਰਜ ਕਰਦੇ ਹਾਂ, ਉਹਦੇ ਵਿੱਚ ਸੁਹਾਗ ਤੇ ਸੁਹਾਗਣ, ਕੰਤ ਤੇ ਪਤਨੀ ਉਸ ਆਨੰਦ ਕਾਰਜ ਦੇ ਵਿੱਚ ਹੁੰਦੇ ਨੇ। ਉਹਨਾਂ ਤੋਂ ਬਿਨਾਂ ਆਨੰਦ ਕਾਰਜ ਕੰਪਲੀਟ ਨਹੀਂ ਹੋ ਸਕਦਾ। ਪਰ ਜਿਹੜੇ 4 ਸ਼ਬਦ ਲਾਵਾਂ ਦੇ ਰੂਪ ਦੇ ਵਿੱਚ ਆਪਾਂ ਸਰਵਣ ਕਰਦੇ ਹਾਂ, ਕੀ ਉਹਨਾਂ ਲਾਵਾਂ ਦੇ ਸ਼ਬਦਾਂ ਤੱਕ ਪਹੁੰਚਣ ਵਾਸਤੇ ਉਸ ਤੋਂ ਪਹਿਲਾਂ ਅਸੀਂ ਕਦੇ ਵਿਚਾਰ ਕੀਤੀ ਹੈ ਵੀ ਇੱਕ ਹਰੀ ਵਰ ਨੂੰ ਪ੍ਰਾਪਤ ਕਰਨ ਵਾਸਤੇ ਸੁਹਾਗਣ ਬਣ ਕੇ ਕਿੱਦਾਂ ਉੱਥੇ ਤੱਕ ਪਹੁੰਚਿਆ ਜਾਣਾ ਹੈ? ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬਚਨ ਹੈ, ਇੱਕ ਕੁਚੱਜੀ ਹੈਡਿੰਗ ਹੈ ਸੂਹੀ ਰਾਗ ਦੇ ਵਿੱਚ। ਉਸ ਤੋਂ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਹੀ ਇੱਕ ਸੁਚੱਜੀ ਹੈਡਿੰਗ ਹੈ। ਉਹਦੇ ਨਾਲ ਹੀ ਇੱਕ ਹੈਡਿੰਗ ਹੈ ਗੁਣਵੰਤੀ, ਜੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ। ਕੀ ਕਦੇ ਮਨੁੱਖ ਨੇ ਇਹ ਯਤਨ ਕੀਤਾ ਕਿ ਮੈਂ ਕੁਚੱਜਾਪਣ ਛੱਡਾਂ? ਕੀ ਕਦੇ ਇਹ ਅਰਦਾਸ ਹੋਈ ਮਨੁੱਖ ਵੱਲੋਂ, ਮੰਝ ਕੁਚੱਜੀ ਅਮਾਵਣ ਡੋਸੜੇ ਹੋਂ, ਕਿਉਂ ਸਹਿ ਰਾਵਣ ਜਾਓ ਜੀਓ, ਇੱਕ ਦੂ ਇੱਕ ਚੜ੍ਹਨ ਦੀਆਂ ਕੌਣ ਜਾਣੈ ਮੇਰਾ ਨਾਉ ਜੀਓ। ਜਦੋਂ ਇਹ ਅਰਦਾਸ ਹੋਏਗੀ ਕਿ ਮੇਰੇ ਅੰਦਰ ਕੁਚੱਜਾਪਣ ਹੈ, ਕਿਉਂਕਿ ਬਿਨ ਸ਼ਬਦੈ ਸੁਧ ਨਾ ਹੋਵੇ, ਜੇ ਅਨੇਕ ਕਰੈ ਸਿੰਗਾਰ, ਫਿਰ ਕੀ ਸਾਰ ਨਾ ਜਾਣਈ, ਦੂਜੇ ਭਾਏ ਪਿਆਰ, ਨਾਨਕ ਸਾ ਕੋ ਸਦ ਸਾ ਕੁਲਖਣੀ, ਨਾਨਕ ਨਾਰੀ ਵਿੱਚ ਕੋ ਨਾਰ। ਇੱਦਾਂ ਅਸੀਂ ਸਵੀਕਾਰ ਕਰਕੇ ਆਈਏ ਮੰਝ ਕੁਚੱਜੀ ਅਮਾਵਣ ਡੋਸੜੇ। ਫਿਰ ਅਰਦਾਸ ਕਰੀਏ, ਸਭ ਗੁਣ ਤੁਧ, ਤੁਧ ਗੁਣ ਸਭ ਅਵਗੁਣਾ, ਇੱਕ ਨਾਨਕ ਕੀ ਅਰਦਾਸ ਜੀਓ, ਸਭ ਰਾਤੇ ਸੁਹਾਗਣੀ, ਮੈਂ ਡੋਹਾਗਣ ਕਾਈ ਰਾਤ ਜੀਓ। ਮੇਰੇ ਵਾਸਤੇ ਵੀ ਕੋਈ ਖਿਨ ਹੈ, ਮੇਰੇ ਵਾਸਤੇ ਵੀ ਕੋਈ ਦਿਨ ਹੈ, ਮੇਰੇ ਵਾਸਤੇ ਵੀ ਕੋਈ ਰਾਤ ਹੈ। ਜਦੋਂ ਮੇਰੇ ਵਾਸਤੇ ਇਹ ਅਰਦਾਸ ਹੋਏਗੀ ਤੇ ਫਿਰ ਆਪਾਂ ਉਸ ਕੁਚੱਜੇਪਣ ਤੋਂ ਸੁਚੱਜੇਪਣ ਵੱਲ ਆਵਾਂਗੇ। ਸੁਚੱਜੇਪਣ ਨੇ ਸਾਨੂੰ ਗੁਣਵੰਤੀ ਵੱਲ ਲੈ ਕੇ ਜਾਣਾ ਹੈ। ਜਦੋਂ ਆਪਾਂ ਗੁਣਵੰਤੀ ਬਣ ਜਾਾਂਗੇ, ਫਿਰ ਸੁਹਾਗ ਤੇ ਸੁਹਾਗਣ ਦੀ ਗੱਲ ਹੋਣੀ ਹੈ, ਫਿਰ ਹਰ ਪਹਿਲੜੀ ਲਾਉਂ ਦੀ ਗੱਲ ਕੀਤੀ ਜਾਣੀ ਹੈ, ਫਿਰ ਹਰ ਦੂਜੜੀ ਲਾਉਂ ਦੀ ਗੱਲ ਕੀਤੀ ਜਾਣੀ ਹੈ, ਫਿਰ ਹਰ ਤੀਜੜੀ ਲਾਉਂ ਦੀ ਗੱਲ ਕੀਤੀ ਜਾਣੀ ਹੈ, ਫਿਰ ਅਬਨਾਸੀ ਪੁਰਖ ਪਰਮਾਤਮਾ ਦੀ ਪ੍ਰਾਪਤੀ। ਇਹ ਹੈ ਅਵਗਣ ਗੁਣੀ ਬਖਸਾਇਆ, ਹਰ ਸਿਉ ਲਿਵ ਲਾਈ, ਹਰ ਵਰ ਪਾਇਆ ਕਾਮਣੀ, ਗੁਰ ਮੇਲ ਮਿਲਾਈ। ਜਦੋਂ ਇਹ ਅਵਸਥਾ ਬਣ ਜੇ, ਫਿਰ ਸਾਨੂੰ ਅਹਿਸਾਸ ਹੋਏਗਾ, ਫਿਰ ਸਾਨੂੰ ਵਿਸ਼ਵਾਸ ਹੋਏਗਾ, ਸੱਚਾ ਸਾਹਿਬ ਏਕ ਹੈ।
ਮਤ ਮਨ ਭਰਮ ਭੁਲਾਏ, ਗੁਰ ਪੂਛ ਸੇਵਾ ਕਰਹਿ, ਸੱਚ ਨਿਰਮਲ ਮਨ ਵਸਾਏ। ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਕਿ ਸੱਚਾ ਸਾਹਿਬ ਇੱਕ ਹੈ, ਪਰ ਸਾਡੇ ਮੰਨਣ ਦੇ ਵਿੱਚ ਸ਼ੱਕ ਹੈ। ਕਹਿਣ ਵਿੱਚ ਕੋਈ ਸ਼ੱਕ ਨਹੀਂ ਹੈ, ਮੰਨਣ 'ਚ ਸ਼ੱਕ ਹੈ। ਜੇ ਕਹਿਣ 'ਚ ਕੋਈ ਸ਼ੱਕ ਨਹੀਂ ਤੇ ਮੰਨਣ 'ਚ ਸ਼ੱਕ ਕਿਉਂ ਹੈ? ਸਾਡੀ ਜਿਹੜੀ ਸ਼ੁਰੂਆਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ, ਉਹ ਇੱਕ ਓਅੰਕਾਰ ਤੋਂ ਹੈ। 567 ਵਾਰੀ ਉਸ ਮੰਗਲ ਦਾ ਜ਼ਿਕਰ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਵੀ ਸਾਡਾ ਰੱਬ ਇੱਕ ਹੈ। ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਇਹਦੇ ਵਿੱਚ ਤੇ ਦੁਬਦਾ ਨਹੀਂ ਹੋਣੀ ਚਾਹੀਦੀ ਨਾ। ਇਹਦੇ ਵਿੱਚ ਕਹਿਣ ਤੇ ਮੰਨਣ ਵਿੱਚ ਸ਼ੱਕ ਨਹੀਂ ਹੋਣਾ ਚਾਹੀਦਾ ਨਾ। ਪਰ ਮਨੁੱਖ ਕਹਿਣ ਵਿੱਚ ਸ਼ੱਕ ਨਹੀਂ ਰੱਖਦਾ, ਮੰਨਣ 'ਚ ਸ਼ੱਕ ਰੱਖਦਾ ਹੈ। ਜੇ ਇੱਕ ਤੋਂ ਸਾਡੀ ਸ਼ੁਰੂਆਤ ਹੈ, ਜੇ 567 ਵਾਰੀ ਗੁਰੂ ਸਾਹਿਬ ਸਾਨੂੰ ਹੋਕਾ ਦੇ ਦੇ ਕੇ ਸਮਝਾਉਣ ਦਾ ਯਤਨ ਕਰਦੇ ਵੀ ਤੂੰ ਇੱਕ ਦੇ ਨਾਲ ਜੁੜ। ਸਾਡਾ ਤੇ ਸਿਧਾਂਤ ਵੀ ਇਹ ਹੈ ਨਾ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਇੱਥੇ ਵੀ ਦੁਬਦਾ ਨਹੀਂ ਹੈ। ਹੁਣ ਏਕ ਸਾਹਿਬ ਦੇ ਨਾਲ ਜੁੜਨ ਵਾਸਤੇ ਉਹਦਾ ਅਹਿਸਾਸ, ਉਹਦਾ ਵਿਸ਼ਵਾਸ ਅਤ ਜ਼ਰੂਰੀ ਹੈ। ਅਸੀਂ ਅਰਦਾਸ ਕਰਦੇ ਹਾਂ, ਪਰ ਬਹੁਤ ਵਾਰੀ ਅਹਿਸਾਸ ਨਹੀਂ ਹੁੰਦਾ ਸਾਨੂੰ, ਬਹੁਤ ਵਾਰੀ ਵਿਸ਼ਵਾਸ ਨਹੀਂ ਹੁੰਦਾ ਸਾਨੂੰ। ਸੱਚ ਕਰਕੇ ਜਾਣਨਾ, ਜਦੋਂ ਤੱਕ ਅਹਿਸਾਸ ਨਹੀਂ, ਜਦੋਂ ਤੱਕ ਵਿਸ਼ਵਾਸ ਨਹੀਂ, ਅਰਦਾਸ ਦੇ ਸ਼ਬਦ ਭਾਵੇਂ ਜਿੰਨੇ ਮਰਜ਼ੀ ਚੰਗੇ ਹੋਵਣ, ਫਿਰ ਉਹ ਅਰਦਾਸ ਮਾਲਕ ਦੇ ਦਰ ਤੇ ਕਬੂਲ ਨਹੀਂ ਹੋਏਗੀ। ਅਰਦਾਸ ਨੂੰ ਕਬੂਲ ਕਰਾਉਣ ਦੇ ਵਾਸਤੇ ਅਹਿਸਾਸ ਤੇ ਵਿਸ਼ਵਾਸ ਦੀ ਜ਼ਰੂਰਤ ਹੈ। ਵਿਸ਼ਵਾਸ ਕਿਤੇ ਕਰਨਾ? ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਜਿਹੜਾ ਇੱਕ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੱਲ ਇੱਕ ਦੀ ਕੀਤੀ ਹੈ। ਇੱਕ ਬਣਨ ਵਾਸਤੇ ਨਾ ਇੱਕ ਦਾਨ ਮੰਗਦੇ ਹਾਂ ਆਪਾਂ ਗੁਰੂ ਚਰਨਾਂ ਦੇ ਵਿੱਚੋਂ ਰੋਜ਼ ਅਰਦਾਸ ਵਿੱਚੋਂ। ਉਹ ਦਾਨ ਹੈ ਵਿਵੇਕ ਦਾਨ। ਉਹਦੇ ਵਿੱਚ ਆਪਾਂ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਸਾਰੇ ਦਾਨ ਮੰਗਦੇ ਹਾਂ। ਪਰ ਇਸ ਇੱਕ ਦੇ ਨਾਲ ਜੁੜਨ ਵਾਸਤੇ ਵਿਵੇਕ ਦੀ ਜ਼ਰੂਰਤ ਹੈ। ਤੁਸੀਂ ਨਾ ਕਦੇ ਵਿਵੇਕ ਸ਼ਬਦ ਨੂੰ ਸੰਧੀ ਵਿਛੇਦ ਕਰਕੇ ਵੇਖੋ, ਕਿਉਂਕਿ ਸੱਚਾ ਸਾਹਿਬ ਏਕ ਹੈ। ਮਤ ਮਨ ਭਰਮ ਭੁਲਾਏ। ਐ ਮਨਾ, ਤੈਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ, ਸੱਚਾ ਸਾਹਿਬ ਇੱਕੋ ਹੀ ਹੈ। ਹੁਣ ਇਹ ਬਿਬ ਏਕ, ਬਿਬ ਪਲਸ ਏਕ। ਬਿਬ ਦਾ ਅਖਰੀ ਅਰਥ ਹੁੰਦਾ ਦੋ। ਜਿੱਥੇ ਆਪਾਂ ਸ਼ਬਦ ਪੜ੍ਹਦੇ ਆ ਨਾ, ਬਿਬ ਵਿਚਾਰ ਕਛ ਨਾਹੀਂ, ਉੱਥੇ ਦੋ ਵਿਚਾਰ ਨਹੀਂ, ਇੱਥੇ ਇੱਕ ਵਿਚਾਰ ਹੈ। ਹੁਣ ਇਹ ਜਿਹੜਾ ਬਿਬ ਸ਼ਬਦ ਹੈ, ਇਹਨੂੰ ਖਤਮ ਕਰਨਾ, ਯਾਨੀ ਦੁਬਦਾ ਨੂੰ ਖਤਮ ਕਰਨਾ ਹੈ, ਤਾਂ ਅਹਿਸਾਸ ਹੋਏਗਾ ਸੱਚਾ ਸਾਹਿਬ ਏਕ ਹੈ। ਸੱਚਾ ਸਾਹਿਬ ਏਕ ਹੈ, ਕਿਉਂਕਿ ਜਿੱਥੇ ਨਾ ਬੱਬਾ ਸ਼ਬਦ ਆਇਆ ਹੈ, ਬਿਬ ਸ਼ਬਦ, ਉੱਥੇ ਦੋ ਦਾ ਜ਼ਿਕਰ ਕੀਤਾ ਗਿਆ। ਤੁਸੀਂ 12 ਪੜ੍ਹ ਲਓ, 22 ਪੜ੍ਹ ਲਓ, 32, 42, 52, 62, 72, 82, 92, ਉੱਥੇ ਦੋ 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 ਮਿਲੇਗਾ ਤੁਹਾਨੂੰ। ਜਿੱਥੇ ਇੱਕ ਹੋਏਗਾ ਨਾ, ਉੱਥੇ ਬਿਬ ਨਹੀਂ ਹੋਏਗਾ। ਬਿਬ ਨੂੰ ਖਤਮ ਕਰਨਾ, ਦੁਬਦਾ ਨੂੰ ਖਤਮ ਕਰਨ ਤੋਂ ਬਾਅਦ ਹੀ ਤੂੰ ਇੱਕ ਦੀ ਪਹਿਚਾਣ ਕਰ ਸਕਦਾ ਹੈ। ਪਰ ਬੰਦਾ ਕਹਿਣ ਵਿੱਚ ਸ਼ੱਕ ਨਹੀਂ ਹੈ, ਮੰਨਣ 'ਚ ਸ਼ੱਕ ਹੈ ਕਿ ਸੱਚਾ ਸਾਹਿਬ ਏਕ ਹੈ। ਇਹ ਸਾਰਿਆਂ ਨੂੰ ਪਤਾ ਕਿ ਵਾਕਈ ਸੱਚਾ ਸਾਹਿਬ ਇੱਕ ਹੈ। अव्वल अल्लाह नूर उपाया कुदरत के सब बंदे, एक नूर ते सब जग उपजया, कौन भले को मंदे। एक पिता एकस के हम बारिक, तू मेरा गुरहाई, तुम मात पिता हम बारिक तेरे, तुमरी कृपा में सुख कनेरे। इत्थे सारिਆਂ ਨੂੰ पता है ना भी इको पिता साडा। ਕੀ ਅਸੀਂ ਬੱਚੇ ਬਣੇ ਉਹਦੇ?
ਜਿਸ ਦਿਨ ਬੱਚੇ ਬਣ ਜਾਵਾਂਗੇ ਪਿਤਾ ਇੱਕ ਹੋਏਗਾ। ਸੱਚ ਕਰਕੇ ਜਾਣਨਾ, ਜਦੋਂ ਵੱਡੇ ਬਣਦੇ ਆ ਨਾ ਫਿਰ ਪਿਤਾ ਇੱਕ ਨਹੀਂ ਰਹਿੰਦਾ, ਕਿਉਂਕਿ ਪਿਤਾ ਇੱਕ ਤਾਂ ਹੁੰਦਾ ਜਦੋਂ ਬੱਚੇ ਬਣੀਏ। ਆਮ ਛੋਟੇ ਛੋਟੇ ਬੱਚੇ ਘਰਾਂ ਦੇ ਵਿੱਚ ਹੁੰਦੇ ਨੇ, ਭਾਵੇਂ ਛੋਟੇ ਬੱਚੇ 4 ਹੋਵਣ, ਪਿਤਾ ਇੱਕੋ ਹੀ ਹੁੰਦਾ ਹੈ। ਜਦੋਂ ਵੱਡੇ ਹੋ ਜਾਂਦੇ ਨੇ ਨਾ ਫਿਰ ਵੱਖਰੇਵੇਂ ਪੈ ਜਾਂਦੇ ਨੇ ਵੀ ਇੰਨੇ ਦਿਨ ਤੇਰਾ ਪਿਤਾ ਹੈ, ਇੰਨੇ ਦਿਨ ਮੇਰਾ ਪਿਤਾ ਹੈ, ਕਿਉਂਕਿ ਬੱਚੇ ਵੱਡੇ ਹੋ ਗਏ। ਹੁਣ ਇੱਥੇ ਆ ਕੇ ਕਦੇ ਵੱਡੇ ਨਾ ਬਣੀਏ। ਜਿੰਨੀ ਵੀ ਨਿਰਮਾਣਤਾ ਹੋਵੇ, ਜਿੰਨੀ ਵੀ ਨਿਮਰਤਾ ਹੋਵੇ, ਉਸ ਨਿਮਰਤਾ ਨੂੰ ਲੈ ਕੇ ਆਈਏ। ਮੈਂ ਤੇ ਕਈ ਵਾਰੀ ਬੇਨਤੀ ਕਰਦਾ ਹੁੰਨਾ, ਬੱਚਾ ਸ਼ਬਦ ਬੜਾ ਪਿਆਰਾ ਹੈ। ਇੱਥੇ ਸਾਡੇ ਚੋਂ ਕੋਈ ਵੀ ਵੱਡਾ ਨਹੀਂ ਹੈ। ਇਸ ਮਾਲਕ ਦੇ ਚਰਨਾਂ ਦੇ ਵਿੱਚ ਅਸੀਂ ਸਾਰੇ ਬੱਚੇ ਹੈਗੇ ਆ। ਬੱਚਾ ਪਤਾ ਕਿਹਨੂੰ ਕਿਹਾ ਜਾਂਦਾ? ਜਿਹੜਾ ਭੈੜੀਆਂ ਆਦਤਾਂ ਤੋਂ ਬਚਿਆ ਹੋਵੇ, ਉਹਨੂੰ ਬੱਚਾ ਕਿਹਾ ਜਾਂਦਾ ਹੈ। ਹੁਣ ਇਹ ਸਾਡੇ ਤੇ ਨਿਰਭਰ ਕਰਦਾ ਹੈ, ਅਸੀਂ ਭੈੜੀਆਂ ਅਲਾਮਤਾਂ ਤੋਂ, ਬੁਰੀਆਂ ਆਦਤਾਂ ਤੋਂ ਬਚੇ ਹੋਏ ਹੈਗੇ ਆ। ਜੇ ਰੋਜ਼ ਅਰਦਾਸ ਕਰ ਰਹੇ ਹਾਂ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਕੀ ਅਸੀਂ ਬੱਚੇ ਬਣ ਕੇ ਅਰਦਾਸ ਕੀਤੀ ਹੈ? ਬੱਚੇ ਨੂੰ ਤੇ ਦੁੱਧ ਕਹਿਣਾ ਵੀ ਨਹੀਂ ਆਉਂਦਾ, ਮਾਂ ਤਾਂ ਵੀ ਦੁੱਧ ਦੇ ਦਿੰਦੀ ਹੈ। ਬੱਚੇ ਨੂੰ ਤੇ ਪਾਣੀ ਕਹਿਣਾ ਵੀ ਨਹੀਂ ਆਉਂਦਾ, ਤਾਂ ਵੀ ਮਾਂ ਪਾਣੀ ਦੇ ਦਿੰਦੀ ਹੈ। ਸਾਨੂੰ ਤੇ ਪਾਣੀ ਕਹਿਣਾ ਵੀ ਆਉਂਦਾ, ਸਾਨੂੰ ਸੁੱਖ ਕਹਿਣਾ ਵੀ ਆਉਂਦਾ, ਸਾਨੂੰ ਦੁੱਖ ਕਹਿਣਾ ਵੀ ਆਉਂਦਾ। ਉਸ ਤੋਂ ਬਾਅਦ ਵੀ ਸਾਡੀ ਜ਼ਿੰਦਗੀ ਦੇ ਵਿੱਚ ਸੁੱਖ ਕਿਉਂ ਨਹੀਂ? ਕਿਉਂਕਿ ਅਸੀਂ ਬੱਚੇ ਨਹੀਂ ਬਣੇ। ਸਾਨੂੰ ਬੱਚੇ ਬਣਨ ਦੀ ਜ਼ਰੂਰਤ ਹੈ। ਜਿਸ ਦਿਨ ਬੱਚੇ ਬਣਾਂਗੇ ਫਿਰ ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ, ਇਹ ਅਹਿਸਾਸ ਹੋਏਗਾ, ਇਹ ਵਿਸ਼ਵਾਸ ਹੋਏਗਾ, ਸੱਚਾ ਸਾਹਿਬ ਏਕ ਹੈ, ਮਤ ਮਨ ਭਰਮ ਭੁਲਾਏ। ਬੱਚੇ 'ਚ ਕੋਈ ਭਰਮ ਨਹੀਂ ਹੁੰਦਾ, ਵੱਡਿਆਂ 'ਚ ਭਰਮ ਹੁੰਦਾ ਹੈ। ਔਰ ਭਰਮ ਪਤਾ ਕਾਹਦੇ ਕਰਕੇ ਹੁੰਦਾ ਹੈ? ਹਨੇਰੇ ਕਰਕੇ। ਜਿੱਥੇ ਚਾਨਣ ਹੋਵੇ ਨਾ, ਉੱਥੇ ਭਰਮ ਦੀ ਗੁੰਜਾਇਸ਼ ਕੋਈ ਨਹੀਂ ਹੁੰਦੀ। ਭਰਮ ਹੀ ਹਨੇਰੇ ਕਰਕੇ ਪੈਂਦਾ ਹੈ, ਭੁਲੇਖਾ ਹੀ ਹਨੇਰੇ ਕਰਕੇ ਪੈਂਦਾ ਹੈ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ, ਉੱਥੇ ਭਰਮ ਦੀ ਪਰਿਭਾਸ਼ਾ ਸਾਡੇ ਸਾਹਮਣੇ ਰੱਖੀ ਹੈ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਉੱਥੇ राज भुयंग प्रसंग जैसे हैं, अब कछ मरम जनाया, अनिक कटक जैसे भूल परे, अब कहते कहन ना आया। भरम हनेरा है, हनेरे विच रस्सी पई होवे, भावें सप पिया होवे, बंदे नूं भुलेखा पै जांदा, पता नहीं रस्सी है, पता नहीं सप है। हुण उस शक नूं कढण वास्ते करना की चाहीदा है? जे हुण तुसीं सप नूं हथ पाओगे तां तकलीफ है, जे रस्सी नूं हथ ना पाया तां भी तकलीफ है। भरम बन गया। हुण उत्थे करना की सीगा? बंदे ने चानन करना सीगा, स्विच ऑन करना सीगा, लाइट ऑन करनी सीगी। जदों लाइट ऑन हुई, स्विच ऑन होया, पता लग्या सप है, पता लग्या रस्सी है। पर असी स्विच ऑन नहीं किया, चानन नहीं किया। भरम नूं भजाउण दे बड़े उपराले कीते गए। हनेरे नूं डांगां दे नाल नहीं भजाया जांदा, हनेरे नूं चानन दे नाल भजाया जांदा है। अज्ञानता दा जिहड़ा हनेरा है, ये साडे जीवन विच भरम पैदा करदा है। और भरम करके ना, शक करके ना, बहुत कुछ साडी जिंदगी दे विच इहो जिहा हो जांदा जिहदे बारे असीं कदे सोच भी नहीं सकदे। इस करके गुरु अमरदास साहब सच्चे पातशाह जी महाराज जी सानू समझाउंदे ने, सच्चा साहिब एक है, मत मन भरम भुलाए। ऐ मेरे मन तू भटकी ना, तू जे भुल गया सी ना, तेनू रस्ता दस्या सी भुले मार्ग, जिन्हें बताया ऐसा गुरु वडभागी पाया। रस्ता ही भुलदे आ जी असी। ਇਹੋ ਜਿਹਾ ਕੋਈ ਬੰਦਾ ਹੈ ਜਿਹੜਾ ਮੰਜ਼ਿਲ ਭੁੱਲ ਗਿਆ ਹੋਵੇ ਆਪਣੀ? ਰਸਤੇ ਭੁੱਲਦੇ ਆ ਨਾ। ਰਸਤਾ ਗੁਰੂ ਨੇ ਸਾਨੂੰ ਦੱਸ ਦਿੱਤਾ,
ਪਰ ਜੇ ਆਪਾਂ ਉਸ ਰਸਤੇ ਨਾ ਤੁਰੀਏ, ਗੁਰ ਪੂਛ ਸੇਵਾ ਕਰੈ, ਸੱਚ ਨਿਰਮਲ ਮਨ ਵਸਾਏ। ਪੁੱਛਣਾ ਸੀ ਰਸਤਾ ਗੁਰੂ ਨੂੰ ਆ ਕੇ। ਬਹੁਤ ਵਾਰੀ ਅਸੀਂ ਗੈਰਾਂ ਨੂੰ ਜਾ ਕੇ ਰਸਤਾ ਪੁੱਛਦੇ ਹਾਂ। ਹੋ ਸਕਦਾ ਹੈ ਕਿ ਗੈਰ ਲੋਕ ਸਾਨੂੰ ਚੰਗਾ ਰਸਤਾ ਨਾ ਦੱਸਣ, ਪਰ ਗੁਰੂ ਸਾਨੂੰ ਠੀਕ ਰਸਤਾ ਦੱਸਦਾ ਹੈ। ਪਰ ਗੁਰੂ ਨੂੰ ਕਦੇ ਪੁੱਛਣ ਦਾ ਯਤਨ ਥੋੜ੍ਹੀ ਕੀਤਾ ਬੰਦੇ ਨੇ। ਪਹਿਲੀ ਗੱਲ ਤੇ ਗੁਰੂ ਨੂੰ ਪੁੱਛਣਾ ਛੱਡ ਦਿੱਤਾ, ਅਸੀਂ ਦੱਸਣਾ ਸ਼ੁਰੂ ਕੀਤਾ ਹੋਇਆ ਹੈ। ਜਿਸ ਦਿਨ ਗੁਰੂ ਨੂੰ ਪੁੱਛਣਾ ਸ਼ੁਰੂ ਕਰ ਦੋਗੇ ਨਾ, ਦੱਸਣ ਦੀ ਲੋੜ ਵੀ ਨਹੀਂ ਪੈਣੀ। ਅਸੀਂ ਦੱਸ ਰਹੇ ਹਾਂ, ਪੁੱਛ ਨਹੀਂ ਰਹੇ ਹਾਂ। ਦੱਸਣ ਵਾਲੀਆਂ ਲਿਸਟਾਂ ਸਾਡੀਆਂ ਭਰੀਆਂ ਪਈਆਂ ਨੇ, ਪੁੱਛਣ ਵਾਲੀ ਲਿਸਟ ਹੈ ਕੋਈ ਗੁਰੂ ਦੇ ਚਰਨਾਂ ਦੇ ਵਿੱਚ। ਮੈਂ ਤੇ ਨਾ ਕਈ ਵਾਰੀ ਅੱਜ ਦੇ ਸਮੇਂ ਨੂੰ ਵੇਖ ਕੇ, ਜਦੋਂ ਸਾਡੇ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ, ਇੱਕ ਨਾਮਕਰਨ ਦਾ ਸੰਸਕਾਰ ਹੈ ਸਾਡੇ ਸਿੱਖ ਮਤ ਵਿੱਚ। ਉਹ ਜਿਹੜਾ ਸੰਸਕਾਰ ਹੈ, ਅਸੀਂ ਪਤਾ ਗੁਰੂ ਨੂੰ ਪੁੱਛ ਕੇ ਕਰਦੇ ਸੀਗੇ। ਕਰਨਾ ਚਾਹੀਦਾ, ਪਰ ਅੱਜ ਦਾ ਟ੍ਰੈਂਡ ਵੇਖ ਕੇ ਕਈ ਵਾਰੀ ਇਦਾਂ ਲੱਗਦਾ ਬੱਚੇ ਪਹਿਲਾਂ ਹੀ ਨਾਮ ਰੱਖ ਕੇ ਆ ਜਾਂਦੇ ਨੇ ਤੇ ਫਿਰ ਗੁਰੂ ਨੂੰ ਆ ਕੇ ਦੱਸਦੇ ਨੇ ਕਿ ਸਤਿਗੁਰੂ ਇਹ ਨਾਂ ਰੱਖ ਲਿਆ, ਤੂੰ ਪ੍ਰਵਾਨਗੀ ਦੇ। ਪੁੱਛਣਾ ਚਾਹੀਦਾ ਸੀ ਨਾ, ਸਤਿਗੁਰੂ ਤੂੰ ਔਲਾਦ ਬਖਸ਼ਿਸ਼ ਕੀਤੀ, ਤੇਰਾ ਸ਼ੁਕਰਾਨਾ ਹੈ, ਕਿਰਪਾ ਕਰ ਮੈਨੂੰ ਇੱਕ ਅੱਖਰ ਦੇ, ਮੈਂ ਆਪਣੇ ਬੱਚੇ ਦਾ ਨਾਮ ਰੱਖ ਸਕਾਂ। ਕੀ ਅਸੀਂ ਪੁੱਛਿਆ ਗੁਰੂ ਨੂੰ ਆ ਕੇ ਵੀ ਮੈਂ ਆਪਣੇ ਪੁੱਤ ਦਾ ਨਾਮ ਰੱਖਣ ਲੱਗਾ? ਜੇ ਪੁੱਛਦੇ ਹੋ ਬਹੁਤ ਅੱਛੀ ਗੱਲ ਹੈ, ਮੁਬਾਰਕ ਹੈ। ਜੇ ਨਹੀਂ ਪੁੱਛਦੇ, ਵਾਪਸ ਆਈਏ ਮੁੜ ਕੇ ਗੁਰੂ ਨੂੰ ਪੁੱਛਿਆ ਕਰੀਏ। ਸਤਿਗੁਰੂ, ਕਿਉਂਕਿ ਸਾਡੇ ਨਾਮ ਦੇ ਵਿੱਚ ਹੀ ਗੁਰੂ ਦੀਆਂ ਬਖਸ਼ਿਸ਼ਾਂ, ਰਹਿਮਤਾਂ, ਨਵਾਜ਼ਸ਼ਾਂ ਹੈਗੀਆਂ ਨੇ। ਜਦੋਂ ਅਸੀਂ ਉਹਨਾਂ ਤੋਂ ਬੇਮੁਖ ਹੋ ਜਾਂਦੇ ਹਾਂ ਤੇ ਫਿਰ ਆਪਾਂ ਸੁੱਖ ਭਾਲਦੇ ਫਿਰਦੇ ਹਾਂ। ਸੁੱਖ ਮਿਲਣਾ ਕਿੱਥੋਂ ਹੈ? ਨਾਮਕਰਨ ਆਪਣੇ ਆਪ ਦੇ ਵਿੱਚ ਇੱਕ ਬਖਸ਼ਿਸ਼ ਹੈ। ਗੁਰੂ ਦਾ ਪਹਿਲਾ ਅੱਖਰ ਇੱਕ ਰਹਿਮਤ ਹੈ। ਇੱਕ ਨਾਲ ਸਿੰਘ ਟਾਈਟਲ ਜੁੜ ਜਾਣਾ ਦੂਸਰੀ ਰਹਿਮਤ ਹੈ। ਤੇ ਉਸ ਨਾਮ ਨੂੰ ਪੁੱਛ ਕੇ ਨਾਮ ਰੱਖਣ ਤੋਂ ਬਾਅਦ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਗੁਰੂ ਨੂੰ ਦੱਸਣ ਦੇ ਨਾਲ ਸੰਗਤ ਵਿੱਚੋਂ ਪ੍ਰਵਾਨਗੀ ਦਾ ਜਕਾਰਾ ਇੱਕ ਬਖਸ਼ਿਸ਼ ਹੈ। ਇਹ ਤਿੰਨ ਬਖਸ਼ਿਸ਼ਾਂ ਉਸ ਨਾਮਕਰਨ ਦੇ ਵਿੱਚੋਂ ਸਾਨੂੰ ਮਿਲ ਗਈਆਂ ਨੇ। ਪਰ ਬੰਦਾ ਉਸ ਬਖਸ਼ਿਸ਼ ਤੋਂ ਵਿਹੋਣਾ ਹੋ ਕੇ ਕਈ ਵਾਰੀ ਇਹ ਗੁਰੂ ਨੂੰ ਪੁੱਛਦਾ ਨਹੀਂ ਹੈ, ਇਹ ਗੁਰੂ ਨੂੰ ਦੱਸਣ ਦਾ ਯਤਨ ਬੜਾ ਕਰਦਾ ਹੈ। ਗੁਰ ਪੂਛ ਸੇਵਾ ਕਰਹਿ, ਸੱਚ ਨਿਰਮਲ ਮਨ ਵਸਾਏ। ਇੱਕ ਨੇ ਤੇ ਪੁੱਛਿਆ ਹੀ ਨਹੀਂ ਹੈ। ਇੱਕ ਜਿਹੜੇ ਭਰਮ ਭੁਲੇਖੇ ਦੇ ਵਿੱਚ ਲੋਕ ਹੈਗੇ ਨੇ ਨਾ, ਉਹ ਪੁੱਛਦੇ ਨੇ ਪਰ ਉਸ ਰਸਤੇ ਤੇ ਤੁਰਦੇ ਨਹੀਂ, ਕਿਉਂਕਿ ਉਹ ਚਲਾਕ ਬੜੇ ਬਣ ਗਏ। ਉਹ ਕਹਿੰਦੇ ਵੀ ਸਤਿਗੁਰੂ ਮੈਂ ਤੇ ਪੁੱਛਣ ਆਇਆ ਨਾ ਤੈਨੂੰ, ਜੇ ਮੇਰੀ ਮਰਜ਼ੀ ਦਾ ਰਸਤਾ ਹੋਏਗਾ ਤੇ ਤੁਰ ਜਾਵਾਂਗਾ, ਜੇ ਤੇਰੀ ਮਰਜ਼ੀ ਦਾ ਰਸਤਾ ਹੋਏਗਾ ਸ਼ਾਇਦ ਸਤਿਗੁਰੂ ਔਖਾ ਹੀ ਜਾਪਦਾ ਹੈ। ਇਹ ਭਾਈ ਗੁਰਦਾਸ ਜੀ ਹੋਰਾਂ ਨੇ ਇੱਕ ਕਵਿਤ ਉਚਾਰਨ ਕੀਤਾ ਹੈ। ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ, ਪੂਛਤ ਪਤਿਖ ਤਾ ਮਾਰਗ ਨਾ ਧਾਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ। ਕੀ ਪ੍ਰੀਤਮ ਦੇ ਦੇਸ਼ ਵਿੱਚ ਗੱਲਾਂ ਬਾਤਾਂ ਦੇ ਨਾਲ ਪਹੁੰਚਿਆ ਜਾ ਸਕਦਾ? ਕਦੇ ਵੀ ਨਹੀਂ। ਅਸੀਂ ਗੱਲਾਂ ਬਾਤਾਂ ਗੁਰੂ ਦੇ ਨਾਲ ਕਰਦੇ ਹਾਂ, ਮਰਜ਼ੀ ਆਪਣੀ ਕਰਦੇ ਹਾਂ। ਬਹੁਤੀ ਆਪਣੀ ਮਰਜ਼ੀ ਨਾ ਕਰਿਆ ਕਰੀਏ। ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਹਰ ਕੇ ਸੰਤ ਬਤਾਵੋ ਮਾਰਗ, ਹਮ ਪਿੱਛੇ ਲਾਗ ਚਲੀ, ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ। ਇਹ ਮਾਰਗ ਪੁੱਛਣਾ ਸੀ ਜਾ ਕੇ, ਪਰ ਅਸੀਂ ਉਹਨੂੰ ਪੁੱਛਣ ਦਾ ਯਤਨ ਨਹੀਂ ਕੀਤਾ। ਗੁਰ ਪੂਛ ਸੇਵਾ ਕਰਹਿ, ਸੱਚ ਨਿਰਮਲ ਮਨ ਵਸਾਏ। ਜਦੋਂ ਆਪਾਂ ਗੁਰੂ ਨੂੰ ਪੁੱਛ ਕੇ ਸੇਵਾ ਕਰਾਂਗੇ ਨਾ, ਮੈਨੂੰ ਤੇ ਕਈ ਵਾਰੀ ਇਦਾਂ ਲੱਗਦਾ ਆਮ ਲੋਕੀ ਲੋਕਾਂ ਨੂੰ ਪੁੱਛ ਕੇ ਸੇਵਾ ਕਰਦੇ ਨੇ। ਗੁਰੂ ਨੂੰ ਪੁੱਛ ਕੇ ਕਦੋਂ ਸੇਵਾ ਕਰਾਂਗੇ ਆਪਾਂ? ਸੇਵਾ ਤੇ ਗੁਰੂ ਦੀ ਕਰਨੀ ਨਾ ਆਪਾਂ ਨੇ। ਸਾਡੇ ਸਾਹਮਣੇ ਗੁਰੂ ਹੋਣਾ ਚਾਹੀਦਾ ਹੈ। ਜਦੋਂ ਸਾਹਮਣੇ ਗੁਰੂ ਹੋਏਗਾ ਪਰਾਇਆ ਕੋਈ ਵੀ ਨਹੀਂ ਹੈ। ਜਦੋਂ ਗੁਰੂ ਸਾਹਮਣੇ ਨਹੀਂ ਹੁੰਦਾ ਫਿਰ ਇੱਕ ਦੂਜੇ ਤੋਂ ਆਪਾਂ ਪਰਾਏ ਹੋ ਜਾਂਦੇ ਹਾਂ। ਜਦੋਂ ਤੱਕ ਗੁਰੂ ਨੂੰ ਸਾਹਮਣੇ ਰੱਖਾਂਗੇ, ਸੱਚ ਕਰਕੇ ਜਾਣਨਾ, ਕੋਈ ਭਰਮ ਭੁਲੇਖਾ ਨਹੀਂ ਹੋਏਗਾ।
ਕਿਉਂਕਿ ਗੁਰੂ ਭਰਮ ਦੇ ਪਰਦੇ ਕੱਟਦਾ ਹੈ, ਗੁਰੂ ਭਰਮ ਦੇ ਕਪਾਟ ਖੋਲਦਾ ਹੈ, ਗੁਰੂ ਹਨੇਰੇ ਤੋਂ ਸਵੇਰੇ ਤੱਕ ਦਾ ਸਫ਼ਰ ਤੈਅ ਕਰਾਉਂਦਾ ਹੈ। ਗੁਰੂ ਸਾਨੂੰ ਉਸ ਰੱਬ ਦੇ ਚਰਨਾਂ ਦੇ ਨਾਲ ਜੋੜਦਾ ਹੈ। ਜੇ ਉਸ ਸੱਚ ਨਿਰਮਲ ਨੂੰ ਮਨ ਦੇ ਵਿੱਚ ਵਸਾਉਣਾ ਹੈ ਨਾ, ਤੇ ਉਸ ਰੱਬ ਨੂੰ ਮਿਲਣਾ ਪੈਣਾ ਹੈ, ਤੇ ਰੱਬ ਨੂੰ ਮਿਲਣ ਦੇ ਵਾਸਤੇ ਗੁਰੂ ਨੂੰ ਪੁੱਛਣਾ ਪੈਣਾ ਹੈ। ਕਿਉਂਕਿ ਗੁਰੂ ਸਾਨੂੰ ਸਮਝਾਉਂਦਾ ਹੈ, ਪੁੱਤ ਰੱਬ ਦੇ ਤੇਰੇ ਤੇ ਬਹੁਤ ਪਰ ਉਪਕਾਰ ਨੇ, ਇਦਾਂ ਨਹੀਂ ਮਿਲੀਦਾ ਹੁੰਦਾ ਰੱਬ ਨੂੰ। ਜੇ ਮਿਲਣਾ ਤੇ ਮੈਂ ਦੱਸਦਾ ਤੈਨੂੰ ਤਰੀਕਾ। ਗੁਰੂ ਸਮਝਾਉਂਦਾ ਹੈ। ਅੱਛਾ, ਜੇ ਕਿਤੇ ਸਮਝਾਉਣ ਤੋਂ ਬਾਅਦ ਵੀ ਬੱਚਾ ਮਿਸਟੇਕ ਕਰੇ ਨਾ, ਤੇ ਫਿਰ ਗੁਰੂ ਮਾਂ ਸਾਨੂੰ ਬਚਾਉਂਦਾ ਵੀ ਹੈ। ਬਚਾਉਣ ਤੋਂ ਬਾਅਦ ਜੇ ਰਸਤੇ ਵਿੱਚ ਭਟਕ ਜਾਈਏ, ਗੁਰੂ ਸਾਨੂੰ ਪਹੁੰਚਾਉਂਦਾ ਵੀ ਹੈ। ਪਹੁੰਚਣ ਤੋਂ ਬਾਅਦ ਵੀ ਜੇ ਨਾ ਮਿਲ ਸਕੀਏ, ਤੇ ਗੁਰੂ ਸਾਨੂੰ ਮਿਲਾਉਂਦਾ ਵੀ ਹੈ। ਇਹ ਚਾਰ ਕੰਮ ਗੁਰੂ ਕਰਦਾ। ਗੁਰੂ ਸਮਝਾਉਂਦਾ, ਗੁਰੂ ਬਚਾਉਂਦਾ, ਗੁਰੂ ਮਿਲਾਉਂਦਾ, ਤੇ ਗੁਰੂ ਪਹੁੰਚਾਉਂਦਾ ਵੀ ਹੈ। ਚਾਰੇ ਕੰਮ ਗੁਰੂ ਕਰਦਾ। ਗੁਰ ਪੁੱਛ ਸੇਵਾ ਕਰੇ, ਸੱਚ ਨਿਰਮਲ ਮਨ ਵਸਾਏ। ਗੁਰੂ ਨੂੰ ਪੁੱਛ ਕੇ ਕਦੇ ਸੇਵਾ ਕਰਕੇ ਵੇਖ। ਇਹ ਸੱਚ, ਇਹ ਨਿਰਮਲਤਾਈ, ਪਵਿੱਤਰਤਾ ਤੇਰੇ ਦਿਲ ਵਿੱਚ ਵਸ ਜਾਏਗੀ। ਦੂਸਰਾ ਬੰਦ ਸੁਹਾਗਣੀ ਸਦਾ ਪਿਰ ਪਾਇਆ, ਹਉ ਮੈਂ ਆਪ ਗਵਾਏ। ਪਿਰ ਸੇਤੀ ਅਨ ਦਿਨ ਗਹਿ ਰਹੀ, ਸੱਚੀ ਸੇਜ ਸੁਖ ਪਾਏ। ਜਿਹੜੀ ਸੁਹਾਗਣੀ ਹੈ, ਉਹਨੇ ਫਿਰ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਜੇ ਹਾਲੇ ਤੱਕ ਅਸੀਂ ਅਹਿਸਾਸ ਨਹੀਂ ਕਰ ਸਕੇ, ਜੇ ਪ੍ਰਾਪਤ ਨਹੀਂ ਕਰ ਸਕੇ, ਤੇ ਸਾਡਾ ਫਰਜ਼ ਬਣਦਾ ਹੈ ਜਿਨਨੇ ਪ੍ਰਾਪਤ ਕੀਤਾ ਉਹਨੂੰ ਜਾ ਕੇ ਪੁੱਛ ਲਈਏ। ਪੁੱਛੋ ਜਾਏ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਸਹਿਜ ਸੰਤੋਖ ਸਿੰਗਾਰਿਆ, ਮਿੱਠਾ ਬੋਲਣੀ। ਪਿਰ ਰਿਸਾਲੂ ਤਾਂ ਮਿਲੈ, ਜਾ ਗੁਰ ਕਾ ਸ਼ਬਦ ਸੁਣੀ। ਇਹ ਪਿਰ ਰਿਸਾਲੂ ਤਾਂ ਤੈਨੂੰ ਮਿਲ ਸਕਦਾ ਜੇ ਤੂੰ ਗੁਰੂ ਦਾ ਸ਼ਬਦ ਸੁਣੇਗਾ, ਜੇ ਤੂੰ ਆਪਣੇ ਜੀਵਨ ਵਿੱਚ ਸਹਿਜ ਸੰਤੋਖ ਦਾ ਸਿੰਗਾਰ ਕਰੇਗਾ। ਦੇਖੋ, ਸਿੰਗਾਰ ਤੇ ਕਿਰਦਾਰ ਦੇ ਵਿੱਚ ਬੜਾ ਫਰਕ ਹੈ। ਸਿੰਗਾਰ ਤੁਹਾਨੂੰ ਮਾਰਕੀਟ ਚੋਂ ਮਿਲ ਸਕਦਾ, ਕਿਰਦਾਰ ਤੁਹਾਨੂੰ ਮਾਰਕੀਟ ਚੋਂ ਨਹੀਂ ਮਿਲਦਾ ਕਦੇ ਵੀ। ਔਰ ਜੇ ਰੱਬ ਨੂੰ ਪਾਉਣ ਦੀ ਗੱਲ ਕਰਨੀ ਹੈ, ਜੇ ਸੁਹਾਗਣ ਬਣਨ ਦੀ ਗੱਲ ਕਰਨੀ ਹੈ, ਤੇ ਕਰੈਕਟਰ ਵਾਈਜ਼ ਸਾਨੂੰ ਉੱਚਾ ਹੋਣਾ ਪੈਣਾ ਹੈ। ਸਿੰਗਾਰ ਭਾਵੇਂ ਜਿੰਨਾ ਮਰਜ਼ੀ ਕੀਤਾ ਹੋਵੇ, ਜੇ ਕਿਰਦਾਰ ਚੰਗਾ ਨਹੀਂ, ਸੱਚ ਕਰਕੇ ਜਾਣਨਾ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਨਾ ਜਹਾਂਗੀਰ ਦੀ ਘਰਵਾਲੀ ਗੁਰੂ ਚਰਨਾਂ ਦੇ ਵਿੱਚ ਬੜੀ ਸਜ ਧਜ ਕੇ ਆਈ ਹੈ। ਬੜਾ ਮਹਿੰਗਾ ਇੱਕ ਲਹਿੰਗਾ ਜਿਹਾ ਪਾਇਆ ਹੈ, ਉਹਦੇ ਨਾਲ ਜਿਹੜੀਆਂ ਗੋਲੀਆਂ ਦਾਸੀਆਂ ਉਹ ਲੱਗੀਆਂ ਹੋਈਆਂ, ਉਹਨੂੰ ਲੈ ਕੇ ਆਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕਰਦੀ ਹੈ, ਸਤਿਗੁਰੂ ਮੈਂ ਤੁਹਾਨੂੰ ਮਿਲਣ ਵਾਸਤੇ ਆਈ ਹਾਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਮ ਉਮਰ ਸੀਗੇ, ਤਕਰੀਬਨ 30 ਸਾਲ ਦੀ ਉਮਰ ਸੀ। ਉਸ ਹਮ ਉਮਰ ਔਰਤ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਪਤਾ ਕੀ ਕਹਿੰਦੇ ਨੇ, ਧੀਏ ਜਿੰਨਾ ਸਿੰਗਾਰ ਤਨ ਤੇ ਕੀਤਾ ਹੋਇਆ ਹੈ, ਜੇ ਮਨ ਤੇ ਕੀਤਾ ਹੁੰਦਾ ਸੱਚ ਹੀ ਤੂੰ ਖੁਦਾ ਨੂੰ ਪ੍ਰਾਪਤ ਕਰ ਲੈਣਾ ਸੀਗਾ। ਸੁਹਾਗਣੀ ਦਾ ਸਿੰਗਾਰ ਅਲੱਗ ਗੱਲ ਹੈ, ਕਿਰਦਾਰ ਅਲੱਗ ਗੱਲ ਹੈ। ਦੁਨੀਆ ਦੇ ਵਿੱਚ ਜੇ ਇੱਕ ਨੇਕ ਇਨਸਾਨ ਵੇਖਣਾ ਹੋਵੇ ਨਾ, ਮੈਂ ਇਹ ਕਈ ਵਾਰੀ ਬੇਨਤੀ ਕਰਦਾ, ਸਭ ਤੋਂ ਪਹਿਲਾਂ ਉਹਦੀ ਗੁਫਤਾਰ ਵੇਖੋ। ਗੁਫਤਾਰ ਮੀਨਸ ਲੈਂਗੁਏਜ, ਸਾਡੀ ਭਾਸ਼ਾ, ਸਾਡੀ ਬੋਲੀ। ਕੀ ਬੋਲਾਂ ਵਿੱਚ ਪਿਆਰ ਹੈ, ਲੈਂਗੁਏਜ ਵਿੱਚ ਪਿਆਰ ਹੈ। ਦੂਸਰਾ ਰਫਤਾਰ, ਸਾਡਾ ਚਾਲ ਚੱਲਣ, ਸਾਡੀ ਸਪੀਡ ਬਹੁਤ ਹੈ। ਅੱਜ ਸਪੀਡ ਤੁਸੀਂ ਵੇਖੋਗੇ ਗੱਡੀਆਂ ਦੀ ਲਿਮਿਟ ਤੋਂ ਬਾਹਰ ਹੈ, ਬੰਦਾ ਸੰਭਾਲ ਨਹੀਂ ਪਾ ਰਿਹਾ ਉਹਨੂੰ। ਚਲੋ ਸਪੀਡ ਹੋਵੇ ਪਰ ਡਾਇਰੈਕਸ਼ਨ ਤੇ ਠੀਕ ਹੋਵੇ ਘੱਟੋ ਘੱਟ। ਇੱਥੇ ਸਪੀਡ ਦੀ ਮਨਾਹੀ ਨਹੀਂ ਹੈ, ਇੱਥੇ ਡਾਇਰੈਕਸ਼ਨ ਗਲਤ ਨਹੀਂ ਹੋਣੀ ਚਾਹੀਦੀ, ਡਾਇਰੈਕਸ਼ਨ ਠੀਕ ਹੋਵੇ। ਗੁਫਤਾਰ, ਰਫਤਾਰ ਤੇ ਤੀਸਰਾ ਹੈ ਕਿਰਦਾਰ।
ਉਹਦਾ ਕਰੈਕਟਰ ਕਿੱਦਾਂ ਦਾ ਹੈ, ਉਹਦਾ ਕਿਰਦਾਰ ਕਿੱਦਾਂ ਦਾ ਹੈ। ਤੇ ਸਿੱਖ ਦੇ ਵਾਸਤੇ ਚੌਥੀ ਦਸਤਾਰ ਹੈ, ਜਿਸ ਦਸਤਾਰ ਦੇ ਪਿੱਛੇ ਇਹ ਤਿੰਨ ਚੀਜ਼ਾਂ ਚੰਗੀਆਂ ਹੋਣਗੀਆਂ ਤੇ ਫਿਰ ਨੱਥੇ ਤੇ ਅਬਦੁੱਲੇ ਨੂੰ ਕਹਿਣਾ ਪੈਣਾ, ਪੱਗ ਤੇਰੀ ਤੇ ਕੀ ਜਹਾਂਗੀਰ ਦੀ। ਤੇਰੀ ਪੱਗ ਤੇ ਜਹਾਂਗੀਰ ਦੀ ਪੱਗ ਦੇ ਵਿੱਚ ਬੜਾ ਫਰਕ ਹੈ, ਕਿਉਂਕਿ ਤੂੰ ਸਿੰਗਾਰ ਹੀ ਨਹੀਂ ਕੀਤਾ ਹੋਇਆ ਹੈ। ਤੇਰੀ ਗੁਫਤਾਰ ਵੀ ਚੰਗੀ ਹੈ, ਤੇਰੀ ਰਫਤਾਰ ਵੀ ਚੰਗੀ ਹੈ, ਤੇਰਾ ਕਿਰਦਾਰ ਵੀ ਚੰਗਾ ਹੈ। ਜਦੋਂ ਇਹ ਸੁਹਾਗਣੀ ਸਦਾ ਪਿਰ ਪਾਇਆ, ਹੋ ਮੈਂ ਆਪ ਗਵਾਏ। ਹੋ ਮੈਂ ਈਗੋ ਪ੍ਰੋਬਲਮ, ਇਹਨੂੰ ਖਤਮ ਕਰਨਾ ਬੰਦੇ ਵਾਸਤੇ ਬੜਾ ਔਖਾ ਕੰਮ ਹੈ। ਇਹ ਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਿਆ ਕਰੀਏ, ਸਤਿਗੁਰੂ ਇਹ ਜਿਹੜਾ ਹੰਕਾਰ ਦਾ ਰੋਗ ਹੈ, ਇਹ ਤੂੰ ਮੈਨੂੰ ਮੁਕਤ ਕਰ, ਕਿਉਂਕਿ ਆਪਣਤ ਖਤਮ ਹੋਏਗੀ, ਗੁਰਮਤ ਆਏਗੀ। ਗੁਰਮਤ ਆਏਗੀ, ਫਿਰ ਸੁਹਾਗਣ ਦਾ ਸਿੰਗਾਰ ਕਿਰਦਾਰ ਕਰਕੇ ਉੱਚੇ ਹੋਵਾਂਗੇ, ਫਿਰ ਪਰਮਾਤਮਾ ਦੀ ਪ੍ਰਾਪਤੀ ਹੋਏਗੀ। ਫਿਰ ਸੇਤੀ ਅਨ ਦਿਨ ਗਹਿ ਰਹੀ, ਸੱਚੀ ਸੇਜ ਸੁਖ ਪਾਏ। ਫਿਰ ਸੇਤੀ ਪਰਮਾਤਮਾ ਦੇ ਨਾਲ ਅਨ ਦਿਨ ਰਾਤ ਗਹਿ ਰਹੀ, ਉਹਦੇ ਨਾਲ ਜੁੜੀ ਰਹੀ, ਸੱਚੀ ਸੇਜ ਸੁਖ ਪਾਏ। ਹੁਣ ਉਹ ਸੱਚੀ ਸੇਜ ਮਿਲ ਗਈ, ਜਿੱਥੇ ਮੈਂ ਆਤਮਿਕ ਸੁਖ ਮਹਿਸੂਸ ਕੀਤਾ ਹੈ, ਜਿੱਥੇ ਮੈਂ ਆਤਮਿਕ ਆਨੰਦ ਮਹਿਸੂਸ ਕੀਤਾ ਹੈ। ਉਸ ਆਤਮਿਕ ਸੁਖ ਨੂੰ ਮਾਨਣ ਦੇ ਵਾਸਤੇ ਸੁਹਾਗਣ ਬਣਨ ਦੀ ਜ਼ਰੂਰਤ ਹੈ, ਕੇਵਲ ਗੱਲਾਂ ਕਰਨ ਦੀ ਜ਼ਰੂਰਤ ਨਹੀਂ ਹੈ। ਜਿਹੜਾ ਕਵਿਤ ਅਸੀਂ ਸ਼ੁਰੂ ਕੀਤਾ ਨਾ ਭਾਈ ਗੁਰਦਾਸ ਜੀ ਦਾ, ਉਹਦੀ ਦੂਸਰੀ ਤੁਕ ਇਹ ਹੈ ਕਿ ਪੁੱਛਤ ਸੁਹਾਗਣ ਹੈ, ਕਰਮ ਦੁਹਾਗਣ ਕੇ, ਹਿਰਦੈ ਵਿਚਾਰ ਕਰਤ ਸੇਜ ਬੁਲਾਈਐ। ਸੁਹਾਗਣਾ ਦੀ ਗੱਲ ਕਰਨ ਵਾਲਿਆ, ਕਰਮ ਤੇ ਤੇਰੇ ਦੁਹਾਗਣਾ ਵਾਲੇ ਹੈਗੇ ਨੇ। ਸਿੰਗਾਰ ਚੇਂਜ ਕਰਨ ਦੇ ਨਾਲ ਗੱਲ ਨਹੀਂ ਬਣਨੀ, ਕਿਰਦਾਰ ਚੇਂਜ ਕਰਨ ਦੇ ਨਾਲ ਗੱਲ ਬਣਨੀ ਹੈ। ਕਿਉਂਕਿ ਕੱਪੜੇ ਬਦਲਣ ਦੇ ਨਾਲ ਸਹਿਦ ਗੱਲ ਨਾ ਬਣੇ, ਕਰੈਕਟਰ ਬਦਲਣ ਦੇ ਨਾਲ ਤੇ ਗੱਲ ਬਣੇਗੀ ਨਾ। ਗੁਰੂ ਨੇ ਸਾਡਾ ਕਰੈਕਟਰ ਚੇਂਜ ਕੀਤਾ ਹੈ, ਗੁਰੂ ਨੇ ਸਾਡਾ ਕਿਰਦਾਰ ਚੇਂਜ ਕੀਤਾ ਹੈ, ਗੁਰੂ ਨੇ ਸਾਡੀ ਈਗੋ ਨੂੰ ਖਤਮ ਕੀਤਾ ਹੈ। ਫਿਰ ਅਸੀਂ ਸੱਚੀ ਸੇਜ ਦਾ ਸੁਖ ਮਾਣ ਸਕਦੇ ਹਾਂ, ਫਿਰ ਆਪਾਂ ਗੁਰੂ ਦੇ ਨੇੜੇ ਹੋ ਸਕਦੇ ਹਾਂ। ਤੀਸਰਾ ਬੰਦ ਸ਼ਬਦ ਦਾ, ਮੇਰੀ ਮੇਰੀ ਕਰ ਗਏ, ਪੱਲੇ ਕਿਛ ਨਾ ਪਾਏ। ਮਹਿਲ ਨਾਹੀ ਡੋਹਾਗਣੀ, ਅੰਤ ਗਏ ਪਛਤਾਏ। ਇਹ ਜਿਹੜਾ ਮੇਰੀ ਮੇਰੀ ਸ਼ਬਦ ਹੈ ਨਾ, ਇਹ ਤੇ ਹਕੀਕਤ ਹੈ। ਜਦੋਂ ਤੱਕ ਆਪਾਂ ਮੇਰੀ ਮੇਰੀ ਕਰਦੇ ਆ ਨਾ, ਉਦੋਂ ਤੱਕ ਸਾਡਾ ਇੱਕ ਵੀ ਕਾਜ ਨਹੀਂ ਸਵਰਦਾ। ਇਹ ਗੁਰਬਾਣੀ ਦੇ ਬੋਲ ਵੀ ਹੈ ਕਿ ਨੇ, ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਜਬ ਮੇਰੀ ਮੇਰੀ ਮਿਟ ਜਾਹੇ, ਤਬ ਪ੍ਰਭ ਕਾਜ ਸਵਾਰਹਿ ਆਏ। ਇਸ ਮੈਂ ਨੂੰ ਮਾਰਨ ਦੇ ਵਾਸਤੇ, ਕਿਉਂਕਿ ਮੈਂ ਨਾ ਮਰੂੰ ਮਰਬੋ ਸੰਸਾਰਾ, ਇਹ ਜਿਹੜੀ ਮੈਂ ਇਹ ਨਹੀਂ ਮਰਦੀ, ਜਦ ਕਿ ਇਹਨੂੰ ਮਾਰਨਾ ਸੀ ਬੰਦੇ ਨੇ। ਦੇਖੋ ਮੈਂ ਸ਼ਬਦ ਜਿਹੜਾ ਹੈ ਨਾ, ਕਈ ਵਾਰੀ ਨਾ ਸਾਨੂੰ ਇਦਾਂ ਲੱਗਦਾ ਵੀ ਕਿਸੇ ਬੰਦੇ ਨੇ ਮੈਂ ਸ਼ਬਦ ਦੀ ਵਰਤੋਂ ਕੀਤੀ ਹੈ ਤੇ ਹੰਕਾਰੀ ਹੋ ਗਿਆ। ਦਾਸ ਸ਼ਬਦ ਦੀ ਵਰਤੋਂ ਕੀਤੀ ਹੈ, ਸ਼ਾਇਦ ਬੜਾ ਨਿਰਮਾਣਤਾ ਵਾਲਾ ਹੋ ਗਿਆ। ਮੈਂ ਇਹ ਵੀ ਬੇਨਤੀ ਕਰਾਂ, ਸ਼ਬਦਾਂ ਦੇ ਵਿੱਚ ਨਿਮਰਤਾ ਜਾਂ ਹੰਕਾਰ ਨਹੀਂ ਹੁੰਦਾ, ਸੋਚ ਵਿੱਚ ਨਿਮਰਤਾ ਤੇ ਹੰਕਾਰ ਹੁੰਦਾ ਹੈ। ਹੁਣ ਜੇ ਬੰਦਾ ਆਖੇ ਮੈਂ ਤੇ ਹੋ ਸਕਦਾ ਕਿ ਉਹਦੇ ਕੋਲ ਨਿਮਰਤਾ ਬਹੁਤ ਹੋਵੇ। ਅਸੀਂ ਬਹੁਤ ਵਾਰੀ ਨਾ ਸ਼ਬਦਾਂ ਦੇ ਵਿੱਚੋਂ ਵੀ ਕਿਤੇ ਨਾ ਕਿਤੇ ਹੰਕਾਰ ਨੂੰ ਵੇਖਦੇ ਹਾਂ। ਸ਼ਬਦਾਂ ਵਿੱਚ ਹੰਕਾਰ ਨਹੀਂ ਹੈ, ਸ਼ਬਦਾਂ ਵਿੱਚ ਨਿਮਰਤਾ ਨਹੀਂ ਹੈ, ਸੋਚ ਵਿੱਚ ਨਿਮਰਤਾ ਹੈ, ਸੋਚ ਵਿੱਚ ਹੀ ਹੰਕਾਰ ਹੈ। ਜਿਸ ਦਿਨ ਅਸੀਂ ਸੋਚ ਦਾ ਹੰਕਾਰ ਕੱਢ ਦਾਂਗੇ ਨਾ, ਫਿਰ ਭਾਵੇਂ ਸ਼ਬਦ ਮੂੰਹੋਂ ਮੈਂ ਨਿਕਲ ਜੇ, ਭਾਵੇਂ ਦਾਸ ਨਿਕਲ ਜੇ, ਦੋਨੇ ਮੁਬਾਰਕ ਨੇ। ਪਰ ਜਦੋਂ ਸੋਚ ਵਿੱਚ ਹੰਕਾਰ ਹੋਵੇ, ਫਿਰ ਸ਼ਬਦ ਭਾਵੇਂ ਦਾਸ ਨਿਕਲੇ, ਭਾਵੇਂ ਨਿਮਾਣਾ ਨਿਕਲੇ, ਭਾਵੇਂ ਨਿਤਾਣਾ ਨਿਕਲੇ, ਫਿਰ ਉਹ ਸ਼ਬਦ ਪ੍ਰਵਾਨ ਨਹੀਂ ਹੋਏਗਾ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇੱਕ ਮਾਈ ਮਿਲਣ ਵਾਸਤੇ ਜਦੋਂ ਯਤਨ ਕਰਦੀ ਸੀ, ਉਹਨੇ ਇਹੀ ਗੱਲ ਕੀਤੀ ਸੀ ਨਾ ਅਰਦਾਸ ਵਿੱਚ, ਸਤਿਗੁਰੂ ਹੋ ਪਾਪੀ ਤੂੰ ਬਖਸ਼ਣਹਾਰ, ਹੋ ਪਾਪੀ ਤੂੰ ਬਖਸ਼ਣਹਾਰ। ਕਹਿੰਦੇ ਕਹਿੰਦੇ ਜ਼ੁਬਾਨ ਥੜਕ ਗਈ
ਕਹਿੰਦੀ ਤੂੰ ਪਾਪੀ ਹੋ ਬਖਸ਼ਣਹਾਰ, ਤੂੰ ਪਾਪੀ ਹੋ ਬਖਸ਼ਣਹਾਰ। ਪਰ ਸਮਰਥ ਗੁਰੂ ਸਾਹਮਣੇ ਬੈਠਿਆ ਹੋਇਆ ਸੀਗਾ। ਸਿੱਖਾਂ ਕਿਹਾ, ਮਾਈ ਤੂੰ ਕੀ ਕਹੀ ਜਾਂਦੀ ਹੈ, ਤੂੰ ਪਾਪੀ ਹੋ ਬਖਸ਼ਣਹਾਰ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ, ਉਹਦੀ ਸੋਚ ਵਿੱਚ ਤੂੰ ਪਾਪੀ ਨਹੀਂ ਹੈ, ਉਹਦੀ ਸੋਚ ਵਿੱਚ ਹੋ ਪਾਪੀ, ਤੂੰ ਬਖਸ਼ਣਹਾਰ ਹੈ। ਜ਼ੁਬਾਨ ਦੇ ਸ਼ਬਦ ਬਦਲੀ ਹੋ ਸਕਦੇ ਨੇ, ਪਰ ਉਹਦੀ ਭਾਵਨਾ ਚੇਂਜ ਨਹੀਂ ਹੋਈ। ਉਹਦੀ ਭਾਵਨਾ ਉਹੀ ਹੋਈ ਹੈ ਕਿ ਹੋ ਪਾਪੀ, ਤੂੰ ਬਖਸ਼ਣਹਾਰ। ਸੋ ਸ਼ਬਦਾਂ ਵਿੱਚ ਮੈਂ ਨਹੀਂ ਹੁੰਦੀ, ਸੋਚ ਵਿੱਚ ਮੈਂ ਹੁੰਦੀ ਹੈ, ਜਿਹੜੀ ਸਾਨੂੰ ਦੂਰ ਕਰਨ ਦੀ ਜ਼ਰੂਰਤ ਹੈ। ਕਿਉਂਕਿ ਅਸੀਂ ਸ਼ਬਦਾਂ ਦੀ ਖੇਡ, ਗੇਮ ਬੜੀ ਖੇਡ ਲੈਂਦੇ ਹਾਂ ਲੋਕਾਂ ਦੇ ਨਾਲ, ਤੇ ਬੰਦਾ ਸੋਚਦਾ ਵੀ ਸ਼ਾਇਦ ਨਹੀਂ, ਦਾਸ ਕਹਿਣ ਵਾਲਾ ਹੀ ਨਿਰਮਾਣਤਾ ਦਾ ਪ੍ਰਤੀਕ ਹੋਏਗਾ। ਹੋ ਸਕਦਾ ਕਿ ਮੈਂ ਕਹਿਣ ਵਾਲਾ ਵੀ ਨਿਰਮਾਣਤਾ ਦਾ ਪ੍ਰਤੀਕ ਹੋਵੇ। ਜਦ ਕਿ ਗੁਰਮਤਿ ਵਿੱਚ ਜਦੋਂ ਮੈਂ ਦਾ ਜ਼ਿਕਰ ਕੀਤਾ ਨਾ, ਤੇ ਇੱਥੇ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਦੋਂ ਤੱਕ ਮੈਂ ਜਾਂ ਮੇਰੀ ਬੰਦਾ ਕਰਦਾ ਹੈ ਨਾ ਸੋਚ ਦੇ ਮੁਤਾਬਿਕ, ਉਦੋਂ ਤੱਕ ਰੱਬ ਨਹੀਂ ਦਿਸਦਾ ਇਹਨੂੰ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਹੁਣ ਜਦੋਂ ਤੱਕ ਮੈਂ ਸੀ ਉਦੋਂ ਤੱਕ ਤੂੰ ਨਹੀਂ, ਜਦੋਂ ਤੂੰ ਹੈ ਉਦੋਂ ਮੈਂ ਨਹੀਂ, ਕਿਉਂਕਿ ਦੋਨੇ ਇਕੱਠੇ ਹੋ ਹੀ ਨਹੀਂ ਸਕਦੇ। ਜਿਸ ਤਰ੍ਹਾਂ ਨਾ ਸੂਰਜ ਨੂੰ ਕਿਸੇ ਨੇ ਕਿਹਾ, ਹਨੇਰੇ ਦਾ ਐਤਰਾਜ਼ ਸੀ ਸੂਰਜ ਤੇ। ਹਨੇਰਾ ਕਹਿੰਦਾ ਸੂਰਜ ਮੈਨੂੰ ਬੜਾ ਪਰੇਸ਼ਾਨ ਕਰਦਾ ਹੈ, ਇਹ ਨਿਕਲਦਾ ਤੇ ਮੈਨੂੰ ਭਜਾ ਦਿੰਦਾ ਹੈ, ਮੈਨੂੰ ਐਤਰਾਜ਼ ਹੈ ਤੇ। ਕਹਿੰਦੇ ਸੂਰਜ ਨੂੰ ਨਾ ਰੱਬ ਨੇ ਬੁਲਾਇਆ। ਰੱਬ ਕਹਿੰਦਾ ਵੀ ਸੂਰਜਾ ਤੂੰ ਹਨੇਰੇ ਨੂੰ ਪਰੇਸ਼ਾਨ ਕਿਉਂ ਕਰਦਾ ਹੈ? ਕਹਿੰਦੇ ਰੱਬ ਜੀ ਮੈਂ ਕਿਉਂ ਪਰੇਸ਼ਾਨ ਕਰਾਂ ਉਹਨੂੰ, ਮੈਂ ਨਹੀਂ ਉਹਨੂੰ ਪਰੇਸ਼ਾਨ ਕਰਦਾ। ਕਹਿੰਦੇ ਠੀਕ ਹੈ, ਜੇ ਤੁਹਾਨੂੰ ਲੱਗਦਾ ਮੈਂ ਪਰੇਸ਼ਾਨ ਕਰਦਾ ਤੇ ਕਿਰਪਾ ਕਰਕੇ ਤੁਸੀਂ ਮੈਨੂੰ ਮਿਲਵਾ ਦਿਓ ਹਨੇਰੇ ਨੂੰ। ਹੁਣ ਸੂਰਜ ਦਾ ਕਹਿਣਾ ਮੈਨੂੰ ਹਨੇਰਾ ਮਿਲਵਾ ਦਿਓ ਤੁਸੀਂ। ਹੁਣ ਸੂਰਜ ਨੂੰ ਕਦੇ ਹਨੇਰਾ ਮਿਲ ਨਹੀਂ ਸਕਦਾ, ਮਿਲ ਸਕਦਾ ਕਦੇ ਸੂਰਜ ਨੂੰ ਹਨੇਰਾ। ਬਸ ਇਸੇ ਤਰ੍ਹਾਂ ਜਿੱਥੇ ਮੈਂ ਹੈ ਨਾ ਉੱਥੇ ਤੂੰ ਨਹੀਂ, ਤੇ ਜਿੱਥੇ ਤੂੰ ਹੈ ਉੱਥੇ ਮੈਂ ਨਹੀਂ ਮਿਲੇਗੀ। ਜੇ ਸੂਰਜ ਨੂੰ ਹਨੇਰਾ ਨਹੀਂ ਮਿਲ ਸਕਦਾ ਤੇ ਮੈਨੂੰ ਤੂੰ ਨਹੀਂ ਮਿਲ ਸਕਦਾ, ਤੇ ਤੂੰ ਨਹੀਂ ਮੈਂ ਨਹੀਂ ਮਿਲ ਸਕਦਾ। ਸੋ ਇੱਥੇ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ, ਮੈਲ ਨਾਹੀ ਡੋਹਾਗਣੀ ਅੰਤ ਗਈ ਪਛਤਾਏ। ਅੰਤ ਵੇਲੇ ਫਿਰ ਇਹਨੂੰ ਪਛਤਾਣਾ ਪੈਂਦਾ ਹੈ, ਕਿਉਂਕਿ ਮੈਂ ਕਰ ਰਹੀ ਸੀਗੀ, ਮੈਂ ਮੇਰੀ ਦੇ ਵਿੱਚ ਜੀਵਨ ਗੁਜ਼ਾਰ ਰਹੀ ਸੀਗੀ। ਆਪਣਤ ਦਾ ਤਿਆਗ ਕਰਨਾ, ਗੁਰਮਤ ਦੇ ਨਾਲ ਪਿਆਰ ਕਰਨਾ ਬੰਦੇ ਨੂੰ ਔਖਾ ਲੱਗਦਾ ਹੈ। ਇੱਥੇ ਆ ਕੇ ਬੰਦਾ ਸਭ ਕੁਝ ਡੋਨੇਟ ਕਰ ਸਕਦਾ ਹੈ, ਪਰ ਜੇ ਕਿਤੇ ਆਪਣਤ ਡੋਨੇਟ ਕਰਨੀ ਹੋਵੇ, ਮਨ ਵੇਚਣਾ ਹੋਵੇ, ਬਸ ਇਹੀ ਔਖਾ ਲੱਗਦਾ ਬੰਦੇ ਨੂੰ। ਇੱਥੇ ਤੇ ਮਨ ਵੇਚਣਾ ਸੀਗਾ। ਜਿਸ ਦਿਨ ਮਨ ਵੇਚਿਆ ਤੇ ਫਿਰ ਮੈਂ ਖਤਮ ਹੋ ਗਈ। ਇੱਕ ਨਾ ਪ੍ਰਿੰਸੀਪਲ ਗੰਗਾ ਸਿੰਘ ਜੀ ਹੋਏ ਨੇ, ਉਹਨਾਂ ਨੇ ਕੁਦਰਤ ਤੇ ਕਾਦਰ ਦੀ ਗੱਲ ਕੀਤੀ ਹੈ। ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ, ਕਹਿੰਦੇ ਸਾਰੇ ਪਸ਼ੂ ਪੰਛੀ ਨਾਗ ਨਰਾ ਦਪ ਸਾਰੇ ਇਕੱਠੇ ਹੋਏ। ਕਹਿੰਦੇ ਇੱਕ ਦਿਨ ਰੱਬ ਨੇ ਨਾ ਸਾਰਿਆਂ ਨੂੰ ਇਕੱਠਾ ਕੀਤਾ ਤੇ ਸਾਰਿਆਂ ਨੂੰ ਆਪੋ ਆਪਣਾ ਹਾਲ ਪੁੱਛਿਆ ਵੀ ਤੁਹਾਡਾ ਹਾਲ ਦੱਸੋ ਕੀ ਹੈ। ਜਿੱਦਾਂ ਇੱਕ ਮੇਨ ਮੈਂਬਰ ਘਰ ਦੇ ਵਿੱਚ ਸਾਰਿਆਂ ਨੂੰ ਬਿਠਾ ਕੇ ਪੁੱਛ ਲੈਂਦਾ ਵੀ ਤੁਹਾਡਾ ਕੀ ਹਾਲ ਚਾਲ ਹੈ, ਕਿਸੇ ਨੂੰ ਕੋਈ ਕਮੀ ਕੋਈ ਪੇਸ਼ੀ ਦੱਸ ਦਿਓ ਮੈਨੂੰ। ਕਹਿੰਦੇ ਰੱਬ ਨੇ ਵੀ ਇੱਦਾਂ ਹੀ ਇੱਕ ਦਿਨ ਨਾ ਇਕੱਠ ਕੀਤਾ ਸਾਰੀ ਕੁਦਰਤ ਦਾ, ਤੇ ਕੁਦਰਤ ਵਿੱਚੋਂ ਇਹਨਾਂ ਪਸ਼ੂਆਂ ਨੂੰ ਪੰਛੂਆਂ ਨੂੰ ਨਾਗ ਨਰਾਦਪਾਂ ਨੂੰ ਸਾਰਿਆਂ ਨੂੰ ਪੁੱਛਿਆ ਵੀ ਤੁਸੀਂ ਆਪਣਾ ਹਾਲ ਦੱਸੋ ਕੀ ਹੈ। ਜਦੋਂ ਹਾਲ ਪੁੱਛਿਆ ਤੇ ਕਹਿੰਦੇ ਉਹਦੇ ਵਿੱਚ ਨਾ ਕੋਈ ਹੌਲੀ ਬੋਲੇ ਕੋਈ ਉੱਚੀ ਬੋਲੇ। ਕਹਿੰਦੇ ਇੱਕ ਬੱਕਰਾ ਆਇਆ, ਉਹ ਕਹਿੰਦਾ ਮੈਂ ਕਹਿੰਦੇ ਜਦੋਂ ਉਹ ਕੱਟ ਹੋਇਆ, ਕਹਿੰਦੇ ਹੁਕਮ ਹੋਇਆ ਕਸਾਬਾ ਤਾਈ ਇਸ ਮੈਂ ਤੇ ਛੁਰੀ ਚਲਾਵੋ, ਇਹ ਮੈਂ ਨਹੀਂ ਚਾਹੀਦੀ। ਕਹਿੰਦੇ ਜਦੋਂ ਮੈਂ ਤੇ ਛੁਰੀ ਚਲਾਈ, ਉੱਥੇ ਨਾ ਦੋ ਦਾ ਜ਼ਿਕਰ ਕੀਤਾ, ਇੱਕ ਬੱਕਰੇ ਦਾ ਤੇ ਇੱਕ ਮੈਨਾ, ਤੋਤੇ ਦੀ ਫੀਮੇਲ ਮੈਨਾ। ਤੇ ਕਹਿੰਦੇ ਜਦੋਂ ਉਹਨੂੰ ਛੁਰੀ ਦਾ ਪਤਾ ਲੱਗਾ ਨਾ, ਉੱਥੇ ਉਹ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਕੁਝ ਸ਼ਬਦ ਲਿਖੇ ਨੇ, ਕੁਨ ਕਹਿਆ ਕੁਲ ਆਲਮ ਹੋਇਆ, ਫੁਰਮਾਇਆ ਕੁਛ ਗਾਓ, ਆਪੋ ਆਪਣੀ ਬੋਲੀ ਅੰਦਰ
अपने दिल दा हाल सुनावो। एक हौली एक उच्ची बोले, एक बकरे मैं किती, होया हुक्म कसाबा ताई, इस मैं ते छुरी चलावो। भी जालमां नूं हुक्म हो गया भी मैं नहीं चाहिदी, इत्थे छुरी चलाओ तुसी। कहंदे जदों मैं तक गला कटिंदा, एक निकड़ी जिंद भोली, डर गई खोप इलाही कोलों, मैं ना बोली, होया हुक्म मैना ताई, जा बादशाह दे दर खेलो। दरगह मान निमाणा पावै, संता ये गल खोली। हुण संता ने ये गल खोल के साडे सामने रख दी, जदों तक मैं करोगे ते गले ते छुरी है। जिस दिन मैं ना कहना सिख लिया ना, ते फिर बादशाह रब दे दर दे विच जाके सानू खेडण दा सुभाग प्राप्त होएगा। सो ये उपराला सानू अपने आप नू करना पैना भी मैं कहना जा तू कहना है। सोच विचों मैनू मारना जा तू नू मारना है। जिस दिन मैं मर जाएगी ना, फिर तू दा जन्म होएगा। मेरी कर गए पल्ले किछ ना पाए। हथ पल्ले ते कुछ नहीं पिया ना, गले ते छुरी आ गई। मैं ना कह के बादशाह दे दर दे विच खेडण दा सुभाग समा प्राप्त हो गया। सो जदों वो सुभाग समा प्राप्त करना, क्योंकि मेरी करते जन्म गयो। बंदे ने अपना जन्म ना मेरी दे विच गवा लिया। 12 बरस बालपन बीते, 20 बरस कछ तपना कियो, 30 बरस कछ देव न पूजा, फिर पछताना बिरध भयो, मेरी करते जन्म गयो। इस मैं मेरी तो मुक्त होने की जरूरत है, क्योंकि इस ईगो प्रॉब्लम ने, इस मैं मेरी ने ना साडे पल्ले कुछ नहीं छड्डिया। साडे हथ पल्ले जो भी होंदा है ना, कई बारी असीं ओनू भी गवा दिंदे आ मैं मेरी करके। बहुत वारी ना बंदा अपने स्टेटस नू कायम रखण वास्ते, मैं मेरी नू कायम रखण वास्ते बड़े अवगुण करदा अपनी जिंदगी दे विच, जबकि बंदे नू अवगुण करन दी जरूरत नहीं सीगी। बंदे नू कोई नेक काम करन दी जरूरत सीगी। सो इत्थे गुरु अमरदास साहब सच्चे पातशाह जी महाराज जी कहंदे ने, मेरी कर गए पल्ले किछ ना पाए। हथ पल्ले कुछ नहीं पैना। तू ते झोली अड़ के आया सीगा। झोली अड़ के पता कौन आउंदा है। हुण जे तुसी बादशाह दे सामने भिखारी बन के आओगे ना, ते बड़ा कुछ झोली च पै सकदा है। पर जे तुसी बादशाह दे सामने बादशाह बन के आओगे ना, शायद झोली च कख भी ना पवे। इत्थे आपां बेनती करदे हां, गुरु तेग बहादुर साहब जी दा शहीदी दिहाड़ा आ रहा। जगत भिखारी फिरत है, सबको दाता राम। ते भिखारी बन के आउने आपां। असीं ते बहुत वारी दानी बन के आउने आ, मैं इन्ना दान कीता है, मैं इन्ना देता जी। भिखारी बन के आया करिए, इत्थे अन्ने बन के आया करिए, इत्थे अनपढ़ बन के आया करिए, इत्थे बहुते सियाणे बन के ना आया करिए। क्योंकि जेड़ा बच्चा स्कूल दे विच सियाणा बन के पढ़िया लिखिया बन के जावे ना, उन्होंने उस्ताद की जरूरत नहीं होंदी। असी इत्थे विद्यार्थी बन के, बच्चे बन के, अनपढ़ बन के, भोले बन के, अनजान बन के, भिखारी बन के आया करिए। दाता बनने की कोशिश ना करिए। दाता इको ही है। जे भिखारी बन के आवांगे, झोलियां भर देनियां गुरु ने साडियां। जे राजे बन के आओगे, जे दानी बन के आओगे, जिहड़ा साडे पल्ले है शायद वो भी कख नहीं रहना साडे कोल। मेरी कर गए पल्ले किछ ना पाए। महल नाही डोहागणी, अंत गई पछताए। इस डोहागण नूं उस रब दा घर नहीं प्राप्त होया। रब दे घर जाण वास्ते ना निज घर की जरूरत है। निज घर महल पावो सुख सहजे,
ਬਹੁਰ ਨਾ ਹੋਏਗੋ ਫੇਰਾ। ਉਹਦੇ ਵਾਸਤੇ ਕੁਝ ਬੇਨਤੀ ਕਰਨੀ ਸੀ ਨਾ, ਕਰੂੰ ਬੇਨਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ, ਔਦ ਘਟੈ ਦਿਨਸ ਰਹਿਣਾਰੇ, ਮਨ ਗੁਰ ਮਿਲ ਕਾਜ ਸਵਾਰੇ। ਇਹ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੈ ਇਹ ਰਸ, ਅਕਤ ਕਥਾ ਤਿਨ ਜਾਨੀ, ਜਾ ਕੋ ਆਏ ਹਰ ਗੁਰ ਤੇ ਮਨੈ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਅੰਤਰ ਜਾਮੀ ਪੁਰਖ ਵਿਦਾਤੇ, ਸਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਹ ਕੋ ਕਰ ਸੰਤਨ ਕੀ ਤੂਰੇ। ਇਹ ਬੇਨਤੀ ਕਰਾਂਗੇ ਨਾ ਤਾਂ ਨਿਜ ਘਰ ਦੇ ਵਿੱਚ ਮਹਿਲ ਮਿਲੇਗਾ। ਮਹਿਲ ਨਾਹੀ ਡੋਹਾਗਣੀ, ਅੰਤ ਗਈ ਪਛਤਾਏ। ਇਹ ਜਿਹੜਾ ਮਹਿਲ ਪ੍ਰਾਪਤ ਹੋਣਾ ਹੈ ਨਾ, ਇਹ ਸੁਹਾਗਣ ਬਣ ਕੇ ਪ੍ਰਾਪਤ ਹੋਣਾ ਹੈ, ਡੋਹਾਗਣ ਬਣ ਕੇ ਨਹੀਂ ਪ੍ਰਾਪਤ ਹੋਣਾ ਇਹਨੇ। ਸੋ ਇਹ ਸੁਹਾਗਣ ਬਣਨਾ ਪੈਣਾ ਸਾਨੂੰ। ਸੋ ਇਹ ਨਿਜ ਘਰ ਦਾ ਜਿਹੜਾ ਸਫ਼ਰ ਹੈ ਨਾ, ਮੈਂ ਕਈ ਵਾਰੀ ਇਹਨੂੰ ਇੱਦਾਂ ਬੇਨਤੀ ਕਰਦਾ, ਧਰਮਸ਼ਾਲਾ 2-3 ਦਿਨ ਵਾਸਤੇ ਹੁੰਦੀ ਹੈ, ਸਾਡਾ ਘਰ ਪਰਮਾਨੈਂਟ ਹੁੰਦਾ ਹੈ। ਜਦੋਂ ਆਪਾਂ ਕਿਤੇ ਬਾਹਰ ਜਾਂਦੇ ਹਾਂ ਤੇ ਧਰਮਸ਼ਾਲਾ 'ਚ ਰਹਿੰਦੇ ਹਾਂ, ਉੱਥੇ 1 ਦਿਨ ਰਹਾਂਗੇ, 2 ਦਿਨ, 3 ਦਿਨ, ਫਿਰ ਵਾਪਸ ਆਪਣੇ ਘਰ ਆ ਜਾਂਦੇ ਹਾਂ। ਕਿੰਨਾ ਕੁ ਟਾਈਮ ਲੱਗਦਾ ਸਾਨੂੰ? 1 ਦਿਨ, 2 ਦਿਨ। ਹੁਣ ਅਸੀਂ ਇਹ ਕਹਿ ਲਓ ਕਿ ਰੱਬ ਦਾ ਜਿਹੜਾ ਘਰ ਹੈ ਉਹ ਨਿਜ ਘਰ ਹੈ, ਤੇ ਸਾਡਾ ਜਿਹੜਾ ਘਰ ਹੈ ਉਹ ਇੱਕ ਧਰਮਸਾਲ ਹੈ, ਕਿਉਂਕਿ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਮਸਾਲ ਦੇ ਵਿੱਚੋਂ ਨਿਕਲ ਕੇ ਨਿਜ ਘਰ ਤੱਕ ਪਹੁੰਚਣਾ ਹੈ। ਨਿਜ ਘਰ ਤੱਕ ਪਹੁੰਚਣ ਦੇ ਵਾਸਤੇ ਸਾਨੂੰ ਇੰਨਾ ਟਾਈਮ ਲੱਗ ਰਿਹਾ, ਅਸੀਂ ਦਰਵਾਜ਼ੇ ਤੇ ਖਲੋਤੇ ਹੋਏ ਹਾਂ, ਪਰ ਘਰ ਦੇ ਵਿੱਚ ਥਾਂ ਨਹੀਂ ਮਿਲ ਰਹੀ ਹੈ। ਘਰ ਦੇ ਵਿੱਚ ਥਾਂ ਕਦੋਂ ਮਿਲੇਗੀ? ਜਦੋਂ ਸੁਹਾਗਣ ਬਣਾਂਗੇ। ਮਹਿਲ ਨਾਹੀ ਡੋਹਾਗਣੀ, ਅੰਤ ਗਿਆ ਪਛਤਾਏ। ਅੰਤ ਵੇਲੇ ਪਛਤਾਵਾ ਹੀ ਹੱਥ ਵਿੱਚ ਰਹਿ ਜਾਣਾ ਹੈ। ਜਦ ਕਿ ਗੁਰਮਤਿ ਨੇ ਸਾਨੂੰ ਕਿਹਾ ਸੀ, ਐਸਾ ਕੰਮ ਮੁੱਲੇ ਨਾ ਕੀਚੈ, ਜਿਤ ਅੰਤ ਪਛੋਤਾਈਐ। ਇਹੋ ਜਿਹਾ ਕੰਮ ਹੀ ਕਿਉਂ ਕਰਨਾ? ਅਖੀਰਲੇ ਬੰਦ ਵਿੱਚ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸੋ ਪਿਰ ਮੇਰਾ ਏਕ ਹੈ, ਏਕਸ ਸਿਉ ਲਿਵ ਲਾਏ। ਦੇਖੋ 5 ਨੰਬਰ ਪਦੀ ਦੀ ਸ਼ੁਰੂਆਤ ਇੱਕ ਤੋਂ ਹੈ, ਸੱਚਾ ਸਾਹਿਬ ਏਕ ਹੈ। ਅਖੀਰਲੇ ਪਦੇ ਦੇ ਵਿੱਚ ਫਿਰ ਗੁਰੂ ਸਾਹਿਬ ਕਹਿੰਦੇ, ਸੋ ਪਿਰ ਮੇਰਾ ਏਕ ਹੈ, ਏਕਸ ਸਿਉ ਲਿਵ ਲਾਏ। ਜੇ ਸੁਰਤ ਜੋੜਨੀ ਹੈ, ਜੇ ਚਿੱਤ ਜੋੜਨਾ ਹੈ, ਜੇ ਮਨ ਜੋੜਨਾ ਹੈ, ਜੇ ਆਪਣੇ ਮਨ ਨੂੰ ਲਾਉਣਾ ਹੈ, ਤੇ ਰੱਬ ਦੇ ਚਰਨਾਂ ਦੇ ਨਾਲ ਲਾ। ਕਿਉਂਕਿ ਲਾਗਣਾ ਲਾਗਣ ਨਿਕਾ, ਗੁਰ ਚਰਨੀ ਮਨ ਲਾਗਣਾ। ਇਹ ਤੇਰਾ ਲੱਗਣਾ ਤਾਂ ਚੰਗਾ ਹੋ ਸਕਦਾ ਜੇ ਤੂੰ ਇੱਕ ਗੁਰੂ ਪਰਮਾਤਮਾ ਦੇ ਚਰਨਾਂ ਦੇ ਨਾਲ ਆਪਣੀ ਲਿਵ, ਆਪਣੀ ਸੁਰਤ ਨੂੰ ਜੋੜ ਲਵੇ। ਸੋ ਫਿਰ ਮੇਰਾ ਏਕ ਹੈ। ਇਹ ਫਿਰ ਸਾਨੂੰ ਸੰਦੇਸ਼ ਦਿੱਤਾ ਹੈ ਕਿ ਸਾਡਾ ਰੱਬ ਇੱਕੋ ਹੀ, ਪਰਮਾਤਮਾ ਇੱਕੋ ਹੀ ਹੈ, ਕਿਉਂਕਿ ਇੱਕ ਕੰਤ ਸਗਲੀ ਨਾਰ ਸਬਾਈ। ਅਸੀਂ ਸਾਰੇ ਜੀਵ ਰੂਪੀ ਇਸਤਰੀ ਦੇ ਰੂਪ ਦੇ ਵਿੱਚ ਬੈਠੇ ਹੋਏ ਹਾਂ। ਏਕਸ ਸਿਉ ਲਿਵ ਲਾਏ, ਉਸੇ ਏਕਸ ਪਰਮਾਤਮਾ ਦੇ ਚਰਨਾਂ ਦੇ ਨਾਲ ਆਪਣਾ ਚਿਤ ਲਾ। ਜੇ ਸੁਖ ਲੋੜ ਹੈ ਕਾਮਣੀ, ਹਰ ਕਾ ਨਾਮ ਮਨ ਵਸਾਏ। ਜੇ ਆਪਣੀ ਜ਼ਿੰਦਗੀ ਦੇ ਵਿੱਚ ਸੁਖ ਭਾਲਦਾ ਹੈ ਨਾ, ਕਾਮਣੀ ਦਾ ਆਖਰੀ ਅਰਥ ਜੀਵ ਰੂਪੀ ਇਸਤਰੀ, ਤਾਂ ਹਰ ਕਾ ਨਾਮ ਮਨ ਵਸਾਏ। ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ। ਜੋ ਸੁਖ ਕੋ ਚਾਹੇ ਸਦਾ, ਸਰਨ ਰਾਮ ਕੀ ਲੈ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸਰਣੀ ਪਾਈਐ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਸਾਰੇ ਸੁੱਖ ਤੇਰੀ ਜ਼ਿੰਦਗੀ ਦੇ ਵਿੱਚ ਆ ਜਾਣਗੇ। ਸੁੱਖਾਂ ਦਾ ਸ਼ੁਕਰਾਨਾ ਕਰਨਾ ਸਿੱਖ ਜੋ, ਦੁੱਖ ਵੇਲੇ ਅਰਦਾਸ ਕਰਨੀ ਸਿੱਖ ਜੋ। ਸਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੁੱਖ ਹੀ ਸੁੱਖ ਰਹਿਣਾ ਹੈ। ਅਸੀਂ ਬਹੁਤ ਵਾਰੀ ਦੁੱਖਾਂ ਦਾ ਰੋਣਾ ਜ਼ਿਆਦਾ ਰੋਂਦੇ ਹਾਂ, ਸੁੱਖਾਂ ਦਾ ਸ਼ੁਕਰਾਨਾ ਘੱਟ ਕਰਦੇ ਹਾਂ। ਇਸੇ ਕਰਕੇ ਬਹੁਤ ਵਾਰੀ ਸਾਨੂੰ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਤੇ ਕਈ ਵਾਰੀ ਬੇਨਤੀ ਕਰਦਾ ਵੀ ਤੁਸੀਂ ਮੋਬਾਈਲ ਦੇ ਵਿੱਚ ਨਾ ਅੱਜ ਕੁਝ ਵੀ ਸਰਚ ਕਰਕੇ ਵੇਖੋ। ਇੱਕ ਵਾਰੀ ਤੁਸੀਂ ਸਰਚ ਕਰੋਗੇ, 10 ਤੁਹਾਨੂੰ ਫੋਨ ਆ ਜਾਣਗੇ, ਤੁਸੀਂ ਇਹ ਪ੍ਰੋਡਕਟ ਚੈੱਕ ਕਰ ਰਹੇ ਸੀਗੇ ਜੀ,
ਤੁਸੀਂ ਇਹਦੇ ਬਾਰੇ ਕੁਝ ਦੇਖ ਰਹੇ ਸੀਗੇ? ਹੁਣ ਜੇ ਜ਼ਿੰਦਗੀ ਵੀ ਇਦਾਂ ਹੀ ਹੈ ਨਾ, ਮਨ ਦੇ ਵਿੱਚ ਜੇ ਦੁੱਖ ਸਰਚ ਕਰੋਗੇ, ਆਲਾ ਦੁਆਲਾ ਫੋਨ ਕਰਕੇ ਕਹੇ ਤੁਸੀਂ ਦੁੱਖ ਭਾਲਦੇ ਸੀ ਜੀ, ਫਿਰ ਆਲਾ ਦੁਆਲਾ ਵੀ ਦੁੱਖਾਂ ਦੇ ਨਾਲ ਭਰਦਾ ਹੈ। ਜੇ ਹੁਣ ਬੰਦਾ ਮਨ ਦੇ ਨਾਲ ਸ਼ੁਕਰਾਨਾ ਕਰੇ ਨਾ, ਤੇ ਫਿਰ ਸ਼ੁਕਰਾਨੇ ਦੀ ਵਾਈਬ੍ਰੇਸ਼ਨ ਸਾਡੇ ਜੀਵਨ ਵਿੱਚੋਂ ਆਏਗੀ। ਫਿਰ ਅਸੀਂ ਸ਼ੁਕਰਾਨਾ ਦਾ, ਸੁੱਖਾਂ ਦਾ ਸ਼ੁਕਰਾਨਾ ਕਰਕੇ ਆਪਣੇ ਜੀਵਨ ਨੂੰ ਸੁਖੀ ਕਰ ਸਕਦੇ ਹਾਂ। ਸੁੱਖ ਪਰਮਾਨੈਂਟ ਹੈ, ਦੁੱਖ ਮਹਿਮਾਨ ਹੈ। ਮਹਿਮਾਨਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ, ਦੁੱਖ ਆਉਣਾ ਚਾਹੀਦਾ ਤਾਂ ਕਿ ਸੁੱਖਾਂ ਦਾ ਅਹਿਸਾਸ ਹੋ ਜਾਏ ਬੰਦੇ ਨੂੰ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਅਸੀਂ ਦੁੱਖਾਂ ਨੂੰ ਮਹਿਮਾਨ ਬਣਾ ਕੇ ਉਸ ਵੇਲੇ ਅਰਦਾਸ ਕਰਿਆ ਕਰੀਏ, ਸਤਿਗੁਰੂ ਜੇ ਦੁੱਖ ਦਿੱਤਾ ਤੇ ਦੁੱਖ ਦਾ ਸਾਹਮਣਾ ਕਰਨ ਦੀ ਤਾਕਤ ਵੀ ਤੂੰ ਦਿਆ ਕਰ। ਸੁੱਖ ਦਾ ਸ਼ੁਕਰਾਨਾ ਕਰਿਆ ਕਰੀਏ। ਸੋ ਫਿਰ ਮੇਰਾ ਏਕ ਹੈ, ਏਕ ਸਿਉ ਲਿਵ ਲਾਏ, ਨਾਨਕ ਜੇ ਸੁਖ ਲੋੜੈ ਕਾਮਣੀ, ਹਰ ਕਾ ਨਾਮ ਮਨ ਵਸਾਏ। ਜੇ ਸੁੱਖਾਂ ਨੂੰ ਭਾਲਦੇ ਆ, ਰੱਬ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਈਏ, ਰੱਬ ਦੇ ਚਰਨਾਂ ਦੇ ਨਾਲ ਜੁੜੀਏ।